दरअसल इस समय जो घटनाक्रम वापर रहा बहुत सारे सवाल खड़े करता है। एक तो इंटरनेट बंद 3 दिनों तक लोग बहुत औखे ने, इन्नी ज्यादा आदत पै चुकी है। पर इस सब दे विचाले कि कदों अमृतपाल गिरफ्त दे विच होवेगा, क्योंकि सवाल तो यह चुके जा रहे हैं कि जो पुलिस बहुत प्लैनिंग दे नाल उतरी सी अमृतपाल के खिलाफ एक्शन करने लई, तो फिर पुलिस के शिकंजे दे विचों बच किवें गया अमृतपाल। इस दे उत्ते चर्चा करांगे। शुरुआत करते हैं, सब तो पहला तुहाडा तारुफ करवाने अज जिहड़े मेहमान साडे नाल जुड़ रहे हैं। साडे नाल जगतार सिंह संघेड़ा जी जुड़ रहे हैं, पार्टी नूं रिप्रेजेंट करनगे। संघेड़ा साहब बहुत बहुत स्वागत है। साडे नाल अर्शप्रीत खडियाल जी जुड़ रहे हैं, कांग्रेस को रिप्रेजेंट करनगे। खडियाल साहब बहुत बहुत स्वागत है। साडे नाल हरजीत गरेवाल जी जुड़ रहे हैं, बीजेपी को रिप्रेजेंट करनगे। गरेवाल साहब स्वागत है। इस दे नाल ही साडे नाल विरसा सिंह वलटोहा जी जुड़ रहे हैं, श्रोमणी अकाली दल को रिप्रेजेंट करनगे। वलटोहा साहब तुहाडा भी बहुत बहुत स्वागत है। मैं शुरुआत करदा हां, सब तो पहला सवाल आम आदमी पार्टी तो सरकार है तुहाडी। संघेड़ा साहब, लोग जानना चाहते हैं बहुत सीधा जिहा सवाल, अमृतपाल है किथे? जे पुलिस इन्नी प्लैनिंग दे नाल उतरी सी तां भज किवें गया? हुण काबू कदों आएगा? ਜਦੋਂ ਕੋਈ ਵੀ ਆਪਰੇਸ਼ਨ ਹੁੰਦਾ ਆ ਇਸ ਤਰ੍ਹਾਂ ਦਾ ਵੱਡਾ ਆਪਰੇਸ਼ਨ, ਉਹਦੀ ਪਲਾਨਿੰਗ ਇੱਕ ਵਿਅਕਤੀ ਤੇ ਫੋਕਸ ਨਹੀਂ ਹੁੰਦੀ, ਓਵਰਆਲ ਪਲਾਨਿੰਗ ਹੁੰਦੀ ਆ ਕਿ ਇਹ ਆਪਰੇਸ਼ਨ ਕਿਸ ਤਰ੍ਹਾਂ ਸਕਸੈਸਫੁਲ ਹੋਣਾ ਆ। ਕਿਉਂਕਿ ਜੋ ਇਸ ਗਰੁੱਪ ਦੀ ਇਸ ਜਥੇਬੰਦੀ ਦੇ ਇਨਪੁਟਸ ਗੈਦਰ ਕੀਤੇ ਆ, ਏਜੰਸੀਆਂ ਨੇ ਸਾਰੀ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ ਤੇ ਉਹਦੇ ਹਿਸਾਬ ਨਾਲ ਤੇ ਪਲੱਸ ਕਿ ਕੋਈ ਵੀ ਲਾਸ ਨਾ ਹੋਵੇ, ਕੋਈ ਲੜਾਈ ਝਗੜਾ ਨਾ ਹੋਵੇ, ਕੁਛ ਜਾਨੀ ਨੁਕਸਾਨ ਨਾ ਹੋਵੇ, ਮਾਲੀ ਨੁਕਸਾਨ ਨਾ ਹੋਵੇ, ਸਾਰੀਆਂ ਚੀਜ਼ਾਂ ਨੂੰ ਦੇਖ ਕੇ ਸਾਰਾ ਆਪਰੇਸ਼ਨ ਪਲਾਨ ਕੀਤਾ ਗਿਆ ਸੀਗਾ। ਔਰ ਅਜੇ ਵੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਕਿਸੇ ਨੇ ਕਿਹਾ ਹੈ ਕਿ ਅਮਰਿਤਪਾਲ ਜਿਹੜਾ ਗ੍ਰਿਫਤਾਰ ਨਹੀਂ ਹੋਏਗਾ। ਕਿਸੇ ਵੇਲੇ ਵੀ ਖਬਰ ਆ ਸਕਦੀ ਹੈ, ਜਿਸ ਤਰ੍ਹਾਂ ਬਾਕੀ ਖਬਰਾਂ ਆਉਂਦੀਆਂ ਰਹੀਆਂ ਆ। ਪੁਲਿਸ ਇਸ ਮਾਮਲੇ 'ਚ ਕੌਨਫੀਡੈਂਟ ਹੈ। ਸੀਨੀਅਰ ਅਫੀਸ਼ੀਅਲਸ ਨੇ ਮੀਡੀਆ ਨੂੰ ਵੀ ਦੱਸਿਆ ਹੈਗਾ ਕਿ ਕਿਸੇ ਵੇਲੇ ਵੀ ਉਹਦੀ ਗ੍ਰਿਫਤਾਰੀ ਹੋ ਸਕਦੀ ਹੈ। ਬਾਕੀ ਤੁਸੀਂ ਹੁਣ ਤੱਕ ਪ੍ਰੋਗਰੈਸ ਦੇਖੋ, ਜਿਸ ਸਫਲਤਾ ਨਾਲ ਆਪਰੇਸ਼ਨ ਚੱਲ ਰਿਹਾ ਆ ਉਹਦੇ ਵਿੱਚ ਕਿਸੇ ਦੇ ਇੱਕ ਵੀ ਡਾਂਗ ਸੋਟਾ ਜਾਂ ਚਪੇੜ ਤੱਕ ਨਹੀਂ ਮਾਰੀ ਗਈ ਤੇ ਕਿੱਥੋਂ ਤੱਕ ਜਿਹੜੀ ਸਫਲਤਾ ਪ੍ਰਾਪਤ ਕੀਤੀ ਹੈ। ਸੋ ਜਦੋਂ ਵਿਅਕਤੀ ਇੰਟਰਨੈਟ ਨਾਲ ਟੁੱਟ ਜਾਂਦਾ ਹੈ ਜਾਂ ਸੈੱਲ ਫੋਨ ਬੰਦ ਕਰ ਲਿਆ, ਉਹਦੀ ਕਨੈਕਟੀਵਿਟੀ ਉਹਦੇ ਨਾਲ ਟੁੱਟ ਗਈ, ਭਾਵੇਂ ਨੇੜੇ ਤੇੜੇ ਕਿਤੇ ਛਿਪਿਆ ਹੋਵੇ, ਕੱਲਾ ਘਰ ਜਾਂ ਕੱਲੀ ਜਗ੍ਹਾ ਨੂੰ ਇੱਕਦਮ ਫਰੋਲਣਾ ਪੋਸੀਬਲ ਨਹੀਂ ਹੁੰਦਾ। ਬਟ ਇੰਨਾ ਜ਼ਰੂਰ ਆ ਕਿ ਪੁਲਿਸ ਨੇ ਇੰਨੀ ਕੁ ਨਾਕਾਬੰਦੀ ਕੀਤੀ ਹੋਈ ਹੈ ਕਿ ਕੋਈ ਉਹ ਇਸ ਤਰ੍ਹਾਂ ਨਹੀਂ ਹੈ ਕਿ ਪੁਲਿਸ ਦੀ ਰੀਚ ਤੋਂ ਦੂਰ ਹੈ। ਹੀ ਇਜ਼ ਵੈਰੀ ਮਚ ਇਨ ਦਾ ਰੀਚ ਔਰ ਛੇਤੀ ਇਹ ਵੀ ਆਪਰੇਸ਼ਨ ਪੂਰਾ ਹੋ ਜਾਏਗਾ। ਔਰ ਬਾਕੀ ਜੋ ਕੁਛ ਹੁਣ ਤੱਕ ਖੁਲਾਸੇ ਹੋਏ ਆ, ਜੋ ਲਿੰਕ ਪਤਾ ਲੱਗੇ ਆ, ਚਾਹੇ ਉਹ AKF ਦਾ ਹੈ, ਚਾਹੇ ਫੋਰਨ ਫੰਡਿੰਗ ਦਾ ਹੈਗਾ, ਚਾਹੇ ISI ਲਿੰਕ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਵੱਡੀਆਂ ਚੀਜ਼ਾਂ ਆ ਕਿ ਪੰਜਾਬ ਨੂੰ ਕਿੱਧਰ ਨੂੰ ਲਿਜਾਣ ਦੀ ਤਿਆਰੀ ਹੋ ਰਹੀ ਸੀਗੀ। ਇਹ ਕੋਈ ਪੰਜਾਬ ਪੁਲਿਸ ਦਾ ਕੋਈ ਨਹੀਂ ਹੈਗਾ ਕੱਲਾ, ਇਸ ਕੇਂਦਰੀ ਏਜੰਸੀਆਂ ਵੀ ਸਾਰੀਆਂ ਨੇ ਰਲ ਕੇ ਜੋ ਇਨਪੁਟ ਇਕੱਠੀ ਹੋਈ ਆ ਉਹਦੇ ਬੇਸ ਤੇ ਪੁਲਿਸ ਅਫੀਸ਼ੀਅਲ ਨਾਲੋਂ ਨਾਲ ਮੀਡੀਆ ਨੂੰ ਸੂਚਿਤ ਕਰਦੇ ਰਹੇ ਆ। ਕੁਝ ਚੀਜ਼ਾਂ ਜਿਹੜੀਆਂ ਨਹੀਂ ਵੀ ਡਿਸਕਲੋਜ਼ ਕਰਨ ਵਾਲੀਆਂ ਹੁੰਦੀਆਂ, ਪਰ ਬਹੁਤ ਘੱਟ ਤੋਂ ਘੱਟ ਇਨਫੋਰਮੇਸ਼ਨ ਜਿਹੜੀ ਆ ਰੱਖੀ ਗਈ ਆ, ਜਿਹੜੀ ਡੈਟਰੀਮੈਂਟਲ ਹੁੰਦੀ ਆ ਕਿ ਗੱਲਾਂ ਲੀਕ ਨਾ ਹੋਣ, ਉਹਦਾ ਜਿਹੜੀ ਕਾਰਵਾਈ ਤੇ ਜ਼ਿਆਦਾ ਅਸਰ ਨਾ ਪਵੇ। ਪਰ ਓਵਰਆਲ ਤੁਸੀਂ ਦੇਖ ਲਓ ਬਹੁਤ ਤਹੱਮਲ ਨਾਲ ਬਹੁਤ ਪੀਸਫੁਲ ਕਾਰਵਾਈ ਹੋਈ ਆ, ਜਿਹਦੇ ਨਾਲ ਮੈਜੋਰਿਟੀ ਪੰਜਾਬੀ, ਲਗਭਗ ਸਾਰੇ ਪੰਜਾਬੀ ਸੰਤੁਸ਼ਟ ਹੈ। ਭਾਵੇਂ ਸਾਰਿਆਂ ਨੂੰ ਥੋੜੀ ਔਖਿਆਈ ਝੱਲਣੀ ਪਈ ਆ, ਭਾਵੇਂ ਅਸੀਂ ਸਾਰੇ ਬੁਲਾਰੇ ਵੀ ਇੰਟਰਨੈਟ ਤੇ ਹੀ ਬੋਲ ਰਹੇ ਹਾਂ, ਬਟ ਫੇਰ ਵੀ ਲਿਮਟਿਡ ਜਿਹੜੀ ਅਵੇਲੇਬਿਲਿਟੀ ਹੈ ਇੰਟਰਨੈਟ ਦੀ, ਉਹ ਜਿਹੜੀ ਆ ਕਾਫੀ ਹੱਦ ਤੱਕ ਆਮ ਲੋਕਾਂ ਨੂੰ ਉਹਦਾ ਥੋੜਾ ਬਹੁਤ ਪ੍ਰੋਬਲਮ ਆਈ ਆ, ਕਾਫੀ ਆਈ ਆ। ਪਰ ਲੋਕ ਅੰਡਰਸਟੈਂਡ ਕਰਦੇ ਆ, ਪੰਜਾਬ ਦੇ ਲੋਕ ਅੰਡਰਸਟੈਂਡ ਕਰਦੇ ਆ। ਪੁਲਿਸ ਨੇ ਫਲੈਗ ਮਾਰਚ ਕੀਤਾ ਆ, ਸੀਨੀਅਰ ਅਫੀਸ਼ੀਅਲਸ ਨੇ ਲੋਕਾਂ ਨਾਲ ਜਾਤੀ ਤੌਰ ਤੇ ਵੀ ਗੱਲਾਂ ਕੀਤੀਆਂ, ਤੇ ਜੋ ਵੀ ਹੋ ਰਿਹਾ ਆ ਇਹਦੇ 'ਚ ਪੰਜਾਬ ਦੀ ਭਲਾਈ ਆ। ਔਰ ਜਿੰਨੀ ਸਫਲਤਾ ਪੂਰਵਕ ਹੋ ਰਿਹਾ ਉਹ 'ਚ ਮੁੱਖ ਮੰਤਰੀ ਸਾਹਿਬ ਦੀ ਸ਼ਲਾਘਾ ਕਰਨੀ ਬਣਦੀ ਆ, ਪੰਜਾਬ ਪੁਲਿਸ ਦੀ ਸ਼ਲਾਘਾ ਤੁਸੀਂ ਕਹਿ ਰਹੇ ਹੋ ਕਿ ਬਹੁਤ ਦੀ ਸ਼ਲਾਘਾ ਕਰਨੀ ਬਣਦੀ ਹੈ। ਬਹੁਤ ਐਗਜ਼ੀਕਿਊਟ ਬੜਾ ਤਰੀਕੇ ਨਾਲ ਕਰ ਦਿੱਤਾ ਗਿਆ, ਪਰ ਮੇਰਾ ਸਵਾਲ ਉੱਥੇ ਹੀ ਸਟੈਂਡ ਕਰਦਾ ਹੈ। ਹਾਲਾਂਕਿ ਉਹ ਜਵਾਬ ਕਿਸ ਦੇ ਕੋਲ ਹੋਏਗਾ ਨਹੀਂ ਪਤਾ ਕਿ ਅੰਮ੍ਰਿਤਪਾਲ ਕਦੋਂ ਕਾਬੂ ਆਏਗਾ। ਲੋਕ ਤਾਂ ਇਹ ਵੀ ਕਹਿ ਰਹੇ ਨੇ ਕਿ ਅੰਮ੍ਰਿਤਪਾਲ ਤਾਂ ਗ੍ਰਿਫਤਾਰ ਕੀਤਾ ਹੋਇਆ, ਉਹ ਫਰਾਰ ਹੈ ਹੀ ਨਹੀਂ, ਪੁਲਿਸ ਦੱਸ ਨਹੀਂ ਰਹੀ। ਇਹ ਚਰਚਾ ਇਸ ਸਮੇਂ ਸੰਘੇੜਾ ਸਾਹਿਬ ਨਹੀਂ, ਇਹ ਨਹੀਂ ਹੈਗੀ ਗੌਰਵ ਜੀ ਗੱਲ। ਇਸ ਤਰ੍ਹਾਂ ਕਹਿਣ ਨੂੰ ਤਾਂ ਹੈ। ਦੇਖੋ ਇਸ ਸਮੇਂ ਸੋਸ਼ਲ ਮੀਡੀਆ ਜਿੰਨਾ ਕੁ ਚੱਲ ਰਿਹਾ, ਜਿੰਨੇ ਕੁ ਲੋਕ ਚਲਾ ਰਹੇ ਨੇ, ਕਿਸੇ ਨਾਲ ਗੱਲ ਕਰ ਲੋ ਕਹਿੰਦੇ ਨਹੀਂ ਤਾਂ ਫੜ ਲਿਆ, ਬਸ ਪੁਲਿਸ ਦੱਸ ਨਹੀਂ ਰਹੀ। ਇਹ ਵਾਰ-ਵਾਰ ਇਹੀ ਗੱਲ ਹੋ ਰਹੀ ਹੈ। ਹੁਣ ਇਹੀ ਕਨਫਿਊਜ਼ਨ ਹੈ ਕਿ ਫਰਾਰ ਹੈ ਕਿ ਗ੍ਰਿਫਤਾਰ ਹੈ। ਅਮਰਿਤਪਾਲ ਦੇ ਪਿਤਾ ਜੀ ਵੀ ਇਹੀ ਗੱਲ ਕਹਿ ਰਹੇ ਨੇ, ਹੋਰ ਵੀ ਕਾਫੀ ਲੋਕ ਕਹਿ ਰਹੇ ਨੇ। ਗੱਲ ਕਹਿਣ ਨੂੰ ਕੋਈ ਵੀ ਕੁਝ ਕਹਿ ਸਕਦਾ ਆ, ਬਟ ਇਹ ਬਿਲਕੁਲ ਟਰਾਂਸਪੇਰੈਂਟ ਕਾਰਵਾਈ ਹੈ ਤੇ ਇਹਦੇ ਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਜਦੋਂ ਵੀ ਗ੍ਰਿਫਤ ਚ ਹੋਇਆ, ਜਦੋਂ ਵੀ ਪਕੜਿਆ ਗਿਆ ਤੇ ਇਮੀਡੀਏਟਲੀ ਮੀਡੀਆ ਨੂੰ ਸਭ ਤੋਂ ਪਹਿਲਾਂ ਦੱਸਿਆ ਜਾਏਗਾ, ਲੋਕਾਂ ਨੂੰ ਇਮੀਡੀਏਟਲੀ ਪਤਾ ਲੱਗੇਗਾ।
ਸੋ ਨਹੀਂ ਹੈ ਜੇ ਪਕੜਿਆ ਗਿਆ ਤੇ ਇਸ ਕਰਕੇ ਨਹੀਂ ਹੈ ਕੋਈ ਇਦਾਂ ਦੀ ਗੱਲ। ਤੇ ਜੋ ਤੁਹਾਡੇ ਕੋਲ ਵਾਪਸ ਆਉਣਾ, ਪਕੜਿਆ ਜਾਂਦਾ ਨਾਲ ਕਾਰਵਾਈ ਹੋਈ। ਸਿੰਗੜਾ ਸਾਹਿਬ ਸ਼ੁਰੂਆਤ ਦੇ ਵਿੱਚ ਹੀ ਜ਼ਿਕਰ ਕੀਤਾ ਸੀ, ਲੋਕਾਂ ਦੇ ਜ਼ਿਹਨ ਦੇ ਵਿੱਚ ਇਹ ਵੀ ਸਵਾਲ ਹੈ, ਕਹਿੰਦੇ ਪੁਲਿਸ ਦੀਆਂ 50-60 ਗੱਡੀਆਂ ਪਿੱਛੇ ਲੱਗੀਆਂ ਹੋਣ, ਅੱਗੇ ਕਾਫਲਾ 5-6 ਗੱਡੀਆਂ ਦਾ ਹੋਵੇ ਤਾਂ ਫਿਰ ਭੱਜਣਾ ਔਖਾ ਹੁੰਦਾ ਜਾਂ ਨਾਮੁਮਕਿਨ ਵਰਗੀ ਗੱਲ ਹੁੰਦੀ ਹੈ। ਪਰ ਬਾਵਜੂਦ ਇਸ ਦੇ ਜੇਕਰ ਅੰਮ੍ਰਿਤਪਾਲ ਨਿਕਲ ਗਿਆ ਤਾਂ ਬਹੁਤ ਵੱਡਾ ਕੁਐਸਚਨ ਮਾਰਕ ਹੈ। ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ, ਮੈਂ ਇੱਕ ਵਾਰੀ ਸਾਰਿਆਂ ਦਾ ਰੁਖ ਕਰ ਲਵਾਂ, ਮੈਂ ਸਾਰਿਆਂ ਨੂੰ ਇੱਕ ਵਾਰੀ ਡਿਬੇਟ 'ਚ ਸ਼ਾਮਲ ਕਰਾਂ। ਅਰਸ਼ਪ੍ਰੀਤ ਖੜਿਆਲ ਜੀ ਸਾਡੇ ਨਾਲ ਨੇ। ਖੜਿਆਲ ਸਾਹਿਬ, ਸਰਕਾਰ ਦੇ ਐਕਸ਼ਨ ਨੂੰ ਕਿਵੇਂ ਦੇਖ ਰਹੀ ਹੈ ਕਾਂਗਰਸ? ਤੁਸੀਂ ਮੇਨ ਆਪੋਜੀਸ਼ਨ ਪਾਰਟੀ ਹੋ, ਲੱਗਦਾ ਕਿ ਇਸ ਸਮੇਂ ਕਿਉਂਕਿ ਤੁਹਾਡੇ ਲੀਡਰ ਵੱਖ-ਵੱਖ ਸਟੇਜਾਂ ਦੇ ਉੱਤੇ ਜਾਂ ਟਵਿੱਟਰ ਦੇ ਜ਼ਰੀਏ ਜਾਂ ਕਿਸੇ ਵੀ ਤਰੀਕੇ ਨਾਲ ਅੰਮ੍ਰਿਤਪਾਲ ਦੇ ਉੱਤੇ ਖੂਬ ਨਿਸ਼ਾਨੇ ਸਾਧਦੇ ਹੁਣ ਤੱਕ ਨਜ਼ਰ ਆਏ ਨੇ। ਰਾਜਾ ਵੜਿੰਗ ਦਾ ਮੈਂ ਜ਼ਿਕਰ ਕਰ ਲਵਾਂ, ਰਮਨੀਤ ਬਿੱਟੂ ਦਾ ਜ਼ਿਕਰ ਕਰ ਲਵਾਂ। ਸਰਕਾਰ ਦਾ ਦਾਅਵਾ ਹੈ ਕਿ ਐਗਜ਼ੀਕਿਊਟ ਬਹੁਤ ਤਰੀਕੇ ਨਾਲ ਕੀਤਾ ਗਿਆ, ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ, ਉਸ ਨੂੰ ਧਿਆਨ ਦੇ ਵਿੱਚ ਰੱਖਿਆ ਗਿਆ ਤੇ ਅਸੀਂ ਕਾਮਯਾਬੀ ਹੋਏ ਹਾਂ, ਸਰਕਾਰ ਕਾਮਯਾਬੀ ਹੋਈ ਹੈ, ਇਹ ਵੀ ਦਾਅਵਾ ਹੋ ਰਿਹਾ। ਗੌਰਵ ਜੀ, ਇੰਟਰਨੈਟ ਸਸਪੈਂਡਡ ਹੈ, ਐਕਸਟੈਂਸ਼ਨ ਮਿਲੀ ਹੈ ਇਸ ਚੀਜ਼ ਨੂੰ, 144 ਬਹੁਤ ਸਾਰੇ ਏਰੀਆਜ਼ ਦੇ ਵਿੱਚ ਇੰਪੋਜ਼ਡ ਹੈ, ਸਿਕਿਉਰਿਟੀ ਬੀਫਡ ਅਪ ਹੈ, ਚੈਕਿੰਗ ਬਹੁਤ ਜ਼ਿਆਦਾ ਹੋ ਰਹੀ ਹੈ, ਮੈਨਹੰਟ ਹਜੇ ਵੀ ਜਾਰੀ ਹੈ, ਉਹਦੇ ਬਾਵਜੂਦ ਅਰੈਸਟ ਨਹੀਂ ਹੋ ਸਕੀ। ਇਹ ਜੇ ਸਪੈਕਟੀਕਲ ਬਣਿਆ ਤੇ ਸਭ ਕੁਝ ਹੋ ਰਿਹਾ ਹੈ, ਇਹ ਤਾਂ ਹੋ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਤੇ ਭਾਰਤੀ ਜਨਤਾ ਪਾਰਟੀ ਦੀ ਸੈਂਟਰਲ ਸਰਕਾਰ ਦੋਵੇਂ ਆਪਦੀ ਡਿਊਟੀ ਨਿਭਾਉਣ ਦੇ ਵਿੱਚ, ਜ਼ਿੰਮੇਵਾਰੀ ਨਿਭਾਉਣ ਦੇ ਵਿੱਚ ਫੇਲ ਹੋਏ ਆ ਪੂਰਨ ਤਰੀਕੇ ਨਾਲ। ਇਹ ਐਕਸ਼ਨ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ। ਅਜਨਾਲਾ ਕਾਂਡ ਹੋਏ ਕਿੰਨੇ ਦਿਨ, ਕਿੰਨੇ ਹਫ਼ਤੇ ਹੋ ਗਏ ਗੌਰਵ ਜੀ, ਆਮ ਆਦਮੀ ਪਾਰਟੀ ਦੀ ਸਰਕਾਰ ਹੱਥ ਕਰਕੇ ਬੈਠੀ ਰਹੀ ਜਦੋਂ ਸਾਡੇ 6 ਪੁਲਿਸ ਕਰਮੀ officials injured ਹੋ ਗਏ including an SP। ਜੇ ਗੌਰਵ ਜੀ ਛੋਟੀ ਜੀ ਚੋਰੀ ਹੋ ਜਾਂਦੀ ਹੈ ਨਾ ਤੇ ਨਾਲ ਦੀ ਨਾਲ ਪਰਚਾ ਹੋ ਜਾਂਦਾ ਹੈ। ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਕੁਝ ਨਹੀਂ। ਤੇ ਤੁਸੀਂ ਇਹ ਦੇਖੋ ਗੌਰਵ ਜੀ, ਜਦੋਂ ਆਪਾਂ ਨੂੰ ਲੋੜ ਪੈਂਦੀ ਹੈ ਪੁਲਿਸ ਵਾਲੇ ਇੰਸਟੈਂਟਲੀ ਆਉਂਦੇ ਹੈ ਤੇ ਦੇ ਕਮ ਟੂ ਆ ਰੈਸਕਿਊ, ਆਪਣੀ ਮਦਦ ਕਰਦੇ ਹੈ। ਐਤਕੀ ਪੁਲਿਸ ਵਾਲਿਆਂ ਨੂੰ ਲੋੜ ਸੀਗੀ, ਉਹਨਾਂ ਦੇ ਸੱਟਾਂ ਵੱਜੀਆਂ ਤੇ ਸਰਕਾਰ ਨੇ ਨਾਲ ਤਾਂ ਕੀ ਖੜਨਾ ਸੀਗਾ, ਦੇਖ ਕੇ ਵੀ ਸਭ ਕੁਝ ਅਣਦੇਖਾ ਕਰਦੇ ਰਹੇ। ਤੇ ਜਿੱਡੇ ਵੱਡੇ ਵੱਡੇ ਇਸ਼ੂਜ਼ ਉਹਨੂੰ ਉਜਾਗਰ ਕਰ ਰਹੇ ਹੈ ਤੇ ਸੰਘੇੜਾ ਸਾਹਿਬ ਗੱਲਾਂ ਕਰ ਰਹੇ ਹੈ ਤੇ ਫਿਰ ਆਪਣਾ ਸੰਘੇੜਾ ਸਾਹਿਬ ਸਰਕਾਰ ਉਡੀਕ ਕਿਸ ਚੀਜ਼ ਨੂੰ ਰਹੀ ਸੀ? ਐਡਾ ਵੱਡਾ ਡਿਲੇ ਕਿਉਂ? ਦੂਜਾ ਗੌਰਵ ਜੀ, ਤੁਸੀਂ ਇਹ ਦੇਖੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹ ਸਮਝਣ ਦੀ ਲੋੜ ਹੈ ਕਿ ਅਸੀਂ ਵਾਰ-ਵਾਰ ਐਕਸ਼ਨ ਵੀ ਡਿਮਾਂਡ ਕੀਤਾ, ਪ੍ਰੈਸ ਕਾਨਫਰੰਸਾਂ ਕੀਤੀਆਂ, ਵਿਧਾਨ ਸਭਾ ਦੇ ਵਿੱਚ ਬੋਲੇ, ਡਿਬੇਟਸ ਦੇ ਵਿੱਚ ਬੋਲੇ, ਇੱਥੋਂ ਤੱਕ ਕਿ ਇਹਨਾਂ ਨੂੰ ਇਹ ਵੀ ਵਾਰਨਿੰਗ ਦੇਣੀ ਪਈ ਵੀ ਜੇ ਨਾ ਤੁਸੀਂ ਐਕਸ਼ਨ ਲਿਆ ਤੇ ਸਾਨੂੰ ਮਜਬੂਰਨ ਸੜਕਾਂ ਤੇ ਉਤਰਨਾ ਪੈਣਾ ਹੈ ਕਿਉਂਕਿ ਜੋ ਤੁਸੀਂ ਕਰ ਰਹੇ ਠੀਕ ਨਹੀਂ ਹੈ। ਤੇ ਖੜਿਆਲ ਸਾਹਿਬ, ਤੁਹਾਨੂੰ ਨਹੀਂ ਲੱਗਦਾ ਕਿ ਵੈਲ ਪਲਾਨਡ ਕੀਤਾ ਗਿਆ ਕਿ ਜੇਕਰ ਹਫੜਾ ਦਫੜੀ ਦੇ ਵਿੱਚ ਕੀਤਾ ਜਾਂਦਾ ਕੋਈ ਐਕਸ਼ਨ ਤਾਂ ਫਿਰ ਉਹ ਪੁੱਠਾ ਵੀ ਪੈ ਸਕਦਾ ਸੀ? ਇੱਥੇ ਘੱਟੋ ਘੱਟ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ, ਪੁਲਿਸ ਨੇ ਬਹੁਤ ਪਲਾਨਡ ਸੀ। ਠੀਕ ਹੈ, ਅੰਮ੍ਰਿਤਪਾਲ ਨਹੀਂ ਗ੍ਰਿਫਤਾਰ ਹੋਇਆ ਪਰ ਉਸਦੇ ਸਾਥੀ, ਗੱਡੀਆਂ, ਹਥਿਆਰ, AKF ਦੀਆਂ ਗੱਲਾਂ ਜਾਂ ਹੋਰ ਤੱਥ ਸਭ ਕੁਝ ਨਿਕਲ ਕੇ ਸਾਹਮਣੇ ਆ ਗਿਆ। ਤੁਹਾਨੂੰ ਨਹੀਂ ਲੱਗਦਾ ਕਿ ਇਹ ਸਕਸੈਸ ਹੋਇਆ ਪੂਰਾ ਆਪਰੇਸ਼ਨ? ਗੌਰਵ ਜੀ, ਜੇ ਸਕਸੈਸਫੁਲ ਹੁੰਦਾ ਤਾਂ ਜੋ ਅਰੈਸਟ ਜਿਹਨੂੰ ਅਰੈਸਟ ਕਰਨ ਲਈ ਨਿਕਲੀ ਆਪਣੀਆਂ ਫੋਰਸਸ, ਉਹ ਸਾਰੇ ਅਰੈਸਟ ਹੋ ਜਾਂਦੇ। ਹਜੇ ਤੱਕ ਨਹੀਂ ਹੋਏ, ਮਤਲਬ ਕਿ ਕਿਤੇ ਨਾ ਕਿਤੇ ਕਮੀ ਹੈ। ਸਾਡੀ ਪੰਜਾਬ ਦੀ ਪੁਲਿਸ ਫੋਰਸ is one of the best forces we have in India। ਕਮੈਂਡੇਬਲ ਕੰਮ ਕਰਦੇ ਆ, ਬਹੁਤ ਵਧੀਆ। ਜਿੱਥੇ ਕਿਸੇ ਦੇ ਪਾਰਟ ਤੇ ਕਮੀ ਪੇਸ਼ੀ ਰਹੀ ਹੈ ਉਹ ਹੈ ਸਟੇਟ ਦੀ ਸਰਕਾਰ, ਪੁਲਿਸ ਫੋਰਸ ਨਹੀਂ, ਕਿਉਂਕਿ ਵਿਲ ਉਧਰ ਦਿਖਣੀ ਹੈ। ਪੋਲੀਟੀਕਲ ਵਿਲ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਨੇ ਦਿਖਾਉਣੀ ਸੀ ਜੋ ਨਹੀਂ ਦਿਖਾਈ। ਹੁਣ ਦੂਜਾ ਗੌਰਵ ਜੀ ਇਹ ਹੈ ਕਿ ਸਿੱਧੂ ਮੂਸੇਵਾਲਾ ਸਾਹਿਬ ਦੇ ਫਾਦਰ ਸਾਹਿਬ ਨੇ ਵੀ ਇਹ ਗੱਲ ਕਹੀ ਹੈ, ਕਹਿੰਦੇ ਕਿ ਇਹਨਾਂ ਨੇ ਪਹਿਲਾਂ ਤਾਂ ਐਕਸ਼ਨ ਜਦੋਂ ਲਿਆ ਨਹੀਂ ਦੇਖਿਆ ਤੁਸੀਂ ਗੌਰਵ ਜੀ ਇੰਨਾ ਟਾਈਮ, ਉਹ ਤੋਂ ਬਾਅਦ ਜਦੋਂ ਲਿਆ ਮੂਸੇਵਾਲਾ ਸਾਹਿਬ ਦੇ ਫਾਦਰ ਕਹਿੰਦੇ ਕਿ ਮੇਰੇ ਪੁੱਤ ਦੀ ਬਰਸੀ ਤੋਂ ਇੱਕ ਦਿਨ ਪਹਿਲਾਂ ਐਕਸ਼ਨ ਲਿਆ ਤਾਂ ਕਿ ਮਾਸਿਸ ਜਿਹੜੇ ਹੈ ਲੋਕ ਉੱਥੇ ਪਹੁੰਚ ਨਾ ਸਕਣ। ਉਹ ਕਹਿੰਦੇ ਉਹਨਾਂ ਨੂੰ ਆਪਣਾ ਬਰਸੀ ਤੱਕ ਨਾ ਪਹੁੰਚਣ ਦਿੱਤਾ ਜਾਵੇ। ਤੇ ਦੂਜਾ ਇਹ ਵੀ ਉਹਨਾਂ ਨੇ ਗੱਲ ਕਹੀ ਹੈ ਕਿ ਇਹ ਸਾਡੀ ਆਵਾਜ਼ ਦਬਾਉਣ ਦੀ, ਇਨਸਾਫ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹੈ। ਤੇ ਨਾਲੇ ਉਸੇ ਟਾਈਮ ਦੇ ਨੇੜੇ ਤੇੜੇ ਇੰਟਰਵਿਊਜ਼ ਹੋ ਰਹੇ ਸੀਗੇ। ਸਿੱਧੂ ਮੂਸੇਵਾਲਾ ਸਾਹਿਬ ਦੇ ਫਾਦਰ ਨੇ ਵੀ ਗੱਲ ਕਹੀ ਹੈ, ਕਹਿੰਦੇ ਕਿ ਸਾਡੇ ਲਈ ਤਾਂ ਪੀਸ ਲਵਿੰਗ ਸਿਟੀਜ਼ਨਸ ਲਈ ਇੰਟਰਨੈਟ ਸਸਪੈਂਡਡ ਹੈ, ਲੇਕਿਨ ਜੇਲ੍ਹ ਦੇ ਵਿੱਚ ਇੰਟਰਨੈਟ ਦੀ ਸੁਵਿਧਾ ਮਿਲ ਰਹੀ ਹੈ ਤੇ ਇੰਟਰਵਿਊਜ਼ ਤੱਕ ਹੋ ਰਹੇ ਹੈ। ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਦੇ ਬਾਰੇ ਕੀਤਾ ਕਿਉਂ ਨਹੀਂ ਕੁਛ ਅਜੇ ਤੱਕ? ਤੇ ਇਹ ਪਰਿਸਥਿਤੀਆਂ, ਸਰਕਮਸਟੈਂਸਸ ਜਦੋਂ ਸੀਗੀਆਂ ਉਦੋਂ ਹੀ ਐਕਸ਼ਨ ਕਿਉਂ ਆਇਆ, ਪਹਿਲਾਂ ਕਿਉਂ ਨਹੀਂ? ਹੁਣ ਗੌਰਵ ਜੀ, ਆਮ ਆਦਮੀ, ਲਾਸਟ ਪੁਆਇੰਟ ਹੈ ਮੇਰਾ, ਮੈਨੂੰ ਨਹੀਂ ਪਤਾ ਕਿ ਇਹਨਾਂ ਨੂੰ ਪਤਾ ਕਿ ਨਹੀਂ ਪਤਾ, ਪਰ ਡਿਲੇ ਦਾ ਨੁਕਸਾਨ ਟ੍ਰਾਇਲ ਵਾਲੇ ਵੀ ਬਹੁਤ ਜ਼ਿਆਦਾ ਹੁੰਦਾ, ਡਿਲੇ ਇਨ ਰਜਿਸਟ੍ਰੇਸ਼ਨ ਆਫ FIR, ਬੇਲ ਵਾਲੇ ਵੀ ਬਹੁਤ ਨੁਕਸਾਨ ਹੁੰਦਾ।
ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹ ਚੀਜ਼ ਦਾ ਪਤਾ ਇਲਮ ਹੋਣਾ ਚਾਹੀਦਾ ਕਿ ਪੰਜਾਬ ਬਾਰਡਰ ਸਟੇਟ ਹੈ, ਸੈਂਸਿਟਿਵ ਸਟੇਟ ਹੈ, ਇੱਕ ਰਿਸਪੌਂਸਿਬਲ ਸਰਕਾਰ ਦੀ ਸਾਨੂੰ ਜ਼ਰੂਰਤ ਹੈ ਨਾ। ਔਖਾ ਸੀ ਟਾਈਮ ਪਹਿਲਾਂ ਦੇਖਿਆ ਤੇ ਇਹਨਾਂ ਨੇ ਕੀ ਕੀਤਾ, ਆ ਕੇ ਜਦੋਂ ਦੇ ਆਏ ਆ ਪੰਜਾਬ ਦੇ ਵਿੱਚ ਇਨਸੀਡੈਂਟ ਤੇ ਇਨਸੀਡੈਂਟ, ਬਲੰਡਰ ਤੇ ਬਲੰਡਰ, ਲਾਅ ਐਂਡ ਆਰਡਰ ਇਨਸੀਡੈਂਟ ਤੇ ਇਨਸੀਡੈਂਟ ਹੋਇਆ। ਤੁਸੀਂ ਦੇਖੋ ਪਟਿਆਲਾ ਕਲੈਸ਼ ਹੋਇਆ, ਅਜਨਾਲਾ ਕਾਂਡ ਹੋਇਆ, ਆਈਡੀ ਬੰਬ ਮਿਲ ਗਏ, ਆਰਪੀਜੀ ਇੰਟੈਲੀਜੈਂਸ ਹੈਡਕੁਆਰਟਰਸ ਤੇ ਫਾਇਰ ਹੋ ਗਿਆ, ਸਿੱਧੂ ਮੂਸੇਵਾਲੇ ਦਾ ਕਤਲ, ਕਬੱਡੀ ਪਲੇਅਰਸ ਦਾ ਕਤਲ, ਸ਼ਿਵ ਸੈਨਾ ਲੀਡਰ ਦਾ ਕਤਲ, ਅਬਡਕਸ਼ਨ ਰੇਟ ਵੱਧ ਗਿਆ, ਕਿਡਨੈਪਿੰਗ ਰੇਟ ਵੱਧ ਗਿਆ, ਇੰਟੀਮੀਡੇਸ਼ਨ ਰੇਟ ਵੱਧ ਗਿਆ, ਫਿਰੌਤੀ ਰੇਟ ਵੱਧ ਗਿਆ। ਚਲੋ ਮੈਨੂੰ ਰਿਐਕਸ਼ਨ ਲੈਣ ਦਿਓ ਇੱਕ ਵਾਰੀ, ਤੁਹਾਡੇ ਸਵਾਲਾਂ ਦਾ ਜਵਾਬ ਲਵਾਂਗਾ ਮੈਂ ਸੰਘੇੜਾ ਸਾਹਿਬ ਤੋਂ। ਫਿਰ ਥੋੜੇ ਵੇਟ ਕਰੋ। ਲਾਸਟ ਪੁਆਇੰਟ ਹੈ ਗੌਰਵ ਜੀ, ਮੇਰਾ ਲਾਸਟ ਪੁਆਇੰਟ ਹੈ। ਮੇਰਾ ਇਹ ਕਹਿਣਾ ਹੈ ਕਿ ਕਿਉਂਕਿ ਸਰਕਾਰ ਨੇ ਟਾਈਮਲੀ ਐਕਸ਼ਨ ਨਹੀਂ ਲਿਆ ਇਨਸੀਡੈਂਟਸ ਵਾਲੇ, ਤਾਂ ਕਰਕੇ ਇੱਕ ਤੋਂ ਬਾਅਦ ਇੱਕ ਇਨਸੀਡੈਂਟ ਹੋਇਆ ਤੇ ਦੋ ਚੀਜ਼ਾਂ ਹੋਈਆਂ ਬਹੁਤ ਵੱਡੀਆਂ। ਇੱਕ ਤਾਂ ਫੀਅਰ ਆਫ ਲਾਅ, ਕਾਨੂੰਨ ਦਾ ਡਰ ਖਤਮ ਹੋ ਗਿਆ ਇਹਨਾਂ ਦੇ ਇਨਐਕਸ਼ਨ ਕਰਕੇ, ਨਾ ਕੁਝ ਕਰਨ ਕਰਕੇ, ਤੇ ਦੂਜਾ ਵਿਜੀਲੈਂਟਿਜ਼ਮ, ਲੋਕ ਕਾਨੂੰਨ ਨੂੰ ਆਪਦੇ ਹੱਥ ਦੇ ਵਿੱਚ ਲੈਣ ਲੱਗੇ ਕਿਉਂਕਿ ਇਹ ਸਰਕਾਰ ਨੇ ਇਨਸਾਫ ਨਹੀਂ ਦਿੱਤਾ ਕਦੇ। ਠੀਕ ਹੈ, ਨਹੀਂ ਦੇਖੋ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਲਾਅ ਦਾ ਡਰ ਖਤਮ ਹੋਇਆ ਹੈ ਪਰ ਭੱਜਦਾ ਫਿਰ ਰਿਹਾ ਹੈ, ਅੰਮ੍ਰਿਤਪਾਲ ਇਹ ਵੀ ਇੱਕ ਪੁਆਇੰਟ ਹੈ। ਮੈਂ ਤੁਹਾਡੇ ਕੋਲ ਵਾਪਸ ਆਉਣਾ, ਮੈਂ ਇੱਕ ਵਾਰ ਰੁਕ ਕਰਦਾ, ਵਲਟੋਆ ਜੀ ਸਾਡੇ ਨਾਲ ਹੋ ਰਿਹਾ, ਮੈਂ ਵਲਟੋਆ ਜੀ ਦਾ ਇੱਕ ਰਿਐਕਸ਼ਨ ਲੈਣਾ, ਸਾਰਿਆਂ ਦਾ ਰਿਐਕਸ਼ਨ ਲੈਣਾ ਇੱਕ ਇੱਕ ਕਰਕੇ। ਮੈਂ ਖਡਿਆਲ ਸਾਹਿਬ ਫਿਰ ਤੁਹਾਡੇ ਕੋਲ ਆਉਣਾ। ਵਲਟੋਆ ਜੀ, ਇਸ ਪੂਰੇ ਐਕਸ਼ਨ ਨੂੰ, ਕਾਰਵਾਈ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਡੇ 3 ਪਰ ਅੰਮ੍ਰਿਤਪਾਲ ਹੁਣ ਤੱਕ ਕਾਬੂ 'ਚ ਨਹੀਂ ਆਇਆ ਹੈ, ਪਰ ਇਸ ਸਭ ਦੇ ਵਿਚਾਲੇ ਬਹੁਤ ਸਾਰੇ ਸਵਾਲ, ਬਹੁਤ ਸਾਰੇ ਖੁਲਾਸੇ ਜਾਂ ਦਾਅਵੇ ਜ਼ਰੂਰ ਕੀਤੇ ਜਾ ਰਹੇ ਨੇ। ਦੇਖੋ ਗੌਰਵ ਜੀ, ਜਿਸ ਤਰ੍ਹਾਂ ਦੀ ਖੇਡ ਖੇਡੀ ਜਾ ਰਹੀ ਹੈ ਨਾ, ਠੀਕ ਹੈ ਕਿ ਮੀਡੀਆ 'ਚ, ਨੈਸ਼ਨਲ ਮੀਡੀਆ 'ਚ ਇੱਕ ਸਾਜ਼ਿਸ਼ ਦੇ ਤਹਿਤ ਇਹ ਸਾਰਾ ਕੁਝ ਚੱਲ ਰਿਹਾ ਹੈ, ਜੋ ਮੈਂ ਜਾਂ ਸਾਡੀ ਪਾਰਟੀ ਮਹਿਸੂਸ ਕਰਦੀ ਹੈ। ਇਹ 'ਚ ਕੋਈ ਦੁਰਾਵਾ ਨਹੀਂ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਕਈ ਮੁੱਦਿਆਂ ਨੂੰ ਲੈ ਕੇ ਸਾਡੇ ਵਖਰੇਵੇਂ ਹੈ, ਔਰ ਕਈ ਮੁੱਦਿਆਂ ਤੇ ਸਾਡੀ ਪਾਰਟੀ ਵੱਲੋਂ ਉਹਨਾਂ ਦੇ ਵਿਰੁੱਧ ਸਟੇਟਮੈਂਟਾਂ ਵੀ ਆਈਆਂ ਨੇ। ਅੱਜ ਮੈਂ ਉਹਦੇ 'ਚ ਨਹੀਂ ਪੈਣਾ ਚਾਹੁੰਦਾ, ਪਰ ਮੈਂ ਇੱਕ ਗੱਲ ਕਰਨੀ ਚਾਹੁੰਦਾ ਹਾਂ। ਮੈਂ ਗਰੇਵਾਲ ਸਾਹਿਬ ਤੁਹਾਡੇ ਕੋਲ ਆ ਰਿਹਾ, ਥੋੜਾ ਜਿਹਾ ਟਾਈਮ ਦਿਓ, ਵਲਟੋਆ ਸਾਹਿਬ ਕੰਪਲੀਟ ਕਰ ਲਓ ਪਲੀਜ਼। 23 ਫਰਵਰੀ ਨੂੰ ਇਨਸੀਡੈਂਟ ਹੁੰਦਾ ਅਜਨਾਲਾ ਥਾਣੇ ਦਾ, 23 ਤੋਂ ਬਾਅਦ ਜਾ ਕੇ 18 ਨੂੰ ਯਕਦਮ ਤੁਸੀਂ ਲਾ ਲਓ ਕਿ 1 ਮਹੀਨੇ ਬਾਅਦ ਐਕਸ਼ਨ ਕੀਤਾ ਜਾਂਦਾ ਆ ਗ੍ਰਿਫਤਾਰੀ ਦਾ ਜੀ। ਔਰ ਤੁਸੀਂ ਵੀ ਜੇ ਥੋੜਾ ਜਿਹਾ ਸੋਚੋਗੇ ਕਿ ਇਹ ਐਕਸ਼ਨ ਯਕਦਮ ਹਫੜਾ ਦਫੜੀ 'ਚ ਕਿਉਂ ਹੋਇਆ, ਕਿਉਂਕਿ ਜਿਹੜੀ ਲਾਰੈਂਸ ਬਿਸ਼ਨੋਈ ਦੀ ਪਹਿਲੀ ਇੰਟਰਵਿਊ ਤੇ ਉਸ ਤੋਂ ਬਾਅਦ ਸੈਕੰਡ ਇੰਟਰਵਿਊ ਜਦੋਂ ਰਾਤ ਨੂੰ ਆਉਂਦੀ ਹੈ ਤੇ ਫਿਰ ਅਗਲੇ ਦਿਨ ਹੀ ਹਫੜਾ ਦਫੜੀ 'ਚ ਇਹ ਕਦਮ ਚੁੱਕਿਆ ਜਾਂਦਾ ਹੈ। ਔਰ ਦੂਸਰੀ ਗੱਲ ਰਹੀ, ਸ਼ੱਕ ਸਾਨੂੰ ਕਿੱਥੋਂ ਪ੍ਰਗਟ ਹੁੰਦਾ ਹੈ ਕਿ ਇੱਕ ਇਹ ਸਿੱਖਾਂ ਦਾ ਹਊਆ ਜਿਹੜਾ ਪੂਰੇ ਦੇਸ਼ 'ਚ ਖੜਾ ਕੀਤਾ ਜਾ ਰਿਹਾ, ਜੋ ਇੰਦਰਾ ਗਾਂਧੀ ਨੇ 1984 'ਚ ਕੀਤਾ ਸੀ। ਨੈਸ਼ਨਲ ਮੀਡੀਆ 'ਚ ਸਿੱਖਾਂ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਜਿਵੇਂ ਬਹੁਤ ਵੱਡੇ ਕ੍ਰਿਮੀਨਲ, ਅੱਤਵਾਦੀ ਤੇ ਦੇਸ਼ ਵਿਰੋਧੀ ਹੁੰਦੇ। ਹਾਂਜੀ, ਔਰ ਇੱਕ ਮੈਂ ਬੇਨਤੀ ਕਰਦਾ ਵਾਂ ਜੀ, ਚਾਹੇ ਉਹ ਪੰਜਾਬ ਦੀ ਸਰਕਾਰ ਹੈ, ਚਾਹੇ ਕੇਂਦਰ ਦੀ ਸਰਕਾਰ ਹੈ, ਜਾਂ ਉਹ ਅਜਿਹੀਆਂ ਸ਼ਕਤੀਆਂ ਨੇ ਜਿਹੜੀਆਂ ਸਿੱਖਾਂ ਨੂੰ ਬਦਨਾਮ ਕਰਦੀਆਂ, ਸਿੱਖਾਂ ਨੂੰ ਕਿਸੇ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਸਿੱਖਾਂ ਦਾ ਇਤਿਹਾਸ ਬੋਲਦਾ ਹੈ ਦੇਸ਼ ਭਗਤੀ ਵਾਸਤੇ। ਬਿਲਕੁਲ, ਪਹਿਲੀ ਤਾਂ ਗੱਲ ਹੈ ਕਿ ਜਿਸ ਤਰ੍ਹਾਂ ਦੇ ਸਵਾਲ ਉਠਾਏ ਜਾ ਰਹੇ ਨੇ, ਜੇ ਕਿਸੇ ਨੇ ਕਾਨੂੰਨ ਤੋੜਿਆ, ਕਾਨੂੰਨ ਦੀ ਉਲੰਘਣਾ ਕੀਤੀ ਹੈ, ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ। ਪਰ ਜਿਸ ਤਰ੍ਹਾਂ ਦਾ ਡਰਾਮਾ ਕੀਤਾ ਜਾ ਰਿਹਾ, ਜਿਸ ਤਰ੍ਹਾਂ ਦੀ ਅਣਐਲਾਨੀ ਐਮਰਜੈਂਸੀ ਲਾ ਕੇ ਨੌਜਵਾਨਾਂ ਦੇ ਘਰਾਂ ਦੇ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ, ਬੱਚਿਆਂ ਨੂੰ ਡਰਾਇਆ ਜਾ ਰਿਹਾ ਹੈ, ਬੱਚਿਆਂ ਨੂੰ ਚੁੱਕਿਆ ਜਾ ਰਿਹਾ ਹੈ, ਤੁਸੀਂ ਹਿਸਾਬ ਲਾ ਲਓ ਸੈਂਕੜਿਆਂ ਦੀ ਤਾਦਾਦ 'ਚ ਸਿੱਖ ਨੌਜਵਾਨਾਂ ਨੂੰ ਚੁੱਕਿਆ ਜਾਊ। ਲੀਡ ਤੇ ਭਾਈ ਅੰਮ੍ਰਿਤਪਾਲ ਸਿੰਘ ਕਰਦਾ ਸੀ, ਜਾਂ 2-4 ਜਣੇ ਹੋਰ ਕਰਦੇ ਹੋਣਗੇ ਕਲਸੀ ਵਰਗੇ, ਜਿਨ੍ਹਾਂ ਨੂੰ ਚੱਕ ਕੇ ਤੁਸੀਂ ਬਿਹਾਈਂਡ ਦਾ ਬਾਰ ਕਰ ਰਹੇ ਜੇ, ਮੁਕੱਦਮੇ ਚਲਾ ਰਹੇ ਜੇ। ਪੰਜਾਬ ਨੂੰ ਕਿਸ ਪਾਸੇ ਲਿਜਾਣਾ ਚਾਹੁੰਦੇ ਜੀ? ਅਸੀਂ ਨਹੀਂ ਕਹਿੰਦੇ ਕਿ ਜੇ ਕਿਸੇ ਨੇ ਕੋਈ ਗੁਨਾਹ ਕੀਤਾ ਤੇ ਉਸ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ। ਫਿਰ ਜੇ ਕਾਰਵਾਈ ਕਰਨੀ ਸੀਗੀ, ਭਾਈ ਅੰਮ੍ਰਿਤਪਾਲ ਸਿੰਘ ਤੇ ਰੋਜ਼ ਘਰੇ ਰਹਿੰਦੇ ਸੀ ਰਾਤ ਨੂੰ, ਉਸ ਦਿਨ ਵੀ 8:30 ਵਜੇ ਘਰੋਂ ਗਏ ਆ, ਉਹਨਾਂ ਦੇ ਪੇਰੈਂਟਸ ਨੇ ਦੱਸਿਆ, ਉਹਨਾਂ ਦੇ ਮਾਪਿਆਂ ਨੇ ਦੱਸਿਆ। ਫਿਰ ਘਰ ਦੇ ਅੱਗੋਂ ਕਿਉਂ ਨਹੀਂ ਉਹਨਾਂ ਨੂੰ ਉੱਥੋਂ ਘਰੋਂ ਕਿਉਂ ਨਹੀਂ ਚੱਕਿਆ ਗਿਆ? ਇੱਕ ਡਰਾਮਾ ਕਰਨ ਦੀ ਖਾਤਰ ਸਾਰੇ ਪੰਜਾਬ ਨੂੰ ਤੁਸੀਂ ਪੁਲਿਸ ਦੇ ਪੈਰਾ ਮਿਲਟਰੀ ਫੋਰਸ ਦੇ ਹਵਾਲੇ ਕਰਕੇ, ਇੱਕ ਦਹਿਸ਼ਤ ਪੈਦਾ ਕਰਕੇ, ਇੱਕ ਟੈਰਰ ਕ੍ਰੀਏਟ ਕਰਕੇ, ਇੱਕ ਦਹਿਸ਼ਤ ਦਾ ਮਾਹੌਲ ਬਣਾ ਕੇ ਕੀ ਸਾਬਤ ਕਰਨਾ ਚਾਹੁੰਦੇ? ਠੀਕ ਹੈ ਵਲਟੋਆ ਸਾਹਿਬ, ਮੈਂ ਰਿਐਕਸ਼ਨ ਲੈ ਲਵਾਂ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਬੇਸਿਕਲੀ ਤੁਸੀਂ ਪੂਰੇ ਐਕਸ਼ਨ ਦੇ ਉੱਤੇ ਸਵਾਲ ਚੁੱਕ ਰਹੇ ਹੋ, ਤੁਹਾਨੂੰ ਲੱਗਦਾ ਹੈ ਕਿ ਇਸ ਨੂੰ ਹੋਰ ਤਰੀਕੇ ਨਾਲ ਅੰਜਾਮ ਦਿੱਤਾ ਜਾ ਸਕਦਾ ਸੀ, ਜਿੰਨੀ ਹਾਈਪ ਕ੍ਰੀਏਟ ਹੋ ਗਈ ਜਾਂ ਜਿੰਨਾ ਮਾਹੌਲ ਬਣ ਗਿਆ, ਉਸ ਦੀ ਜ਼ਰੂਰਤ ਨਹੀਂ ਸੀ।
ਗੌਰਵ ਜੀ ਇੱਕ ਸੈਕਿੰਡ, ਬਸ ਇੱਕ ਸੈਕਿੰਡ ਜੀ ਜੀ ਗੌਰਵ ਜੀ। ਦੇਖੋ ਮੈਂ ਇੱਕ ਬੇਨਤੀ ਕਰਾਂ, ਸਾਡੇ ਦੇਸ਼ ਦੀ ਬਦਕਿਸਮਤੀ ਹੈ ਕਿ ਵੋਟਾਂ ਦੀ ਖਾਤਰ ਕਈ ਪਾਰਟੀਆਂ ਜਾਂ ਕਈ ਨੇਤਾ ਜਿਹੜੇ ਇੱਥੋਂ ਤੱਕ ਜਾ ਸਕਦੇ ਹੈ ਜੀ ਕਿ ਕਿਸੇ ਦੀ ਵੀ ਬਲੀ ਦੇਣੀ ਪੈ। ਅੱਜ ਪੰਜਾਬ ਦੇ ਅੰਦਰ ਵੋਟ ਵੰਡ ਦੀ ਖਾਤਰ, ਫਿਰਕਾ ਪ੍ਰਸਤੀ ਨੂੰ ਬੜਾਵਾ ਦੇਣ ਦੀ ਖਾਤਰ ਜੀ ਪੰਜਾਬ ਸਰਕਾਰ ਕਠਪੁਤਲੀ ਬਣ ਕੇ ਚੱਲ ਰਹੀ ਹੈ ਤੇ ਕੇਂਦਰ ਸਰਕਾਰ ਆਪਦੀ ਗੇਮ ਖੇਡ ਰਹੀ ਹੈ। ਠੀਕ ਹੈ। ਦੇਖੋ, ਇੱਕ ਭਾਈਚਾਰੇ ਦੇ, ਵਿਸ਼ੇਸ਼ ਭਾਈਚਾਰੇ ਦੇ ਵਿੱਚ ਪਹਿਲਾਂ ਦਹਿਸ਼ਤ ਪੈਦਾ ਕੀਤੀ ਗਈ, ਉਹ ਦਹਿਸ਼ਤ ਪੈਦਾ ਕਰਕੇ ਵੋਟਾਂ ਦੀ ਵੰਡ ਕੀਤੀ ਗਈ। ਔਰ ਅੱਜ ਜਿਹੜਾ ਆ, ਜਿਨ੍ਹਾਂ ਨੂੰ ਹਵਾ ਬਣਾ ਕੇ ਦਹਿਸ਼ਤ ਪੈਦਾ ਕੀਤੀ ਗਈ ਸੀ, ਅੱਜ ਉਹਨਾਂ ਨੂੰ ਫੜ ਫੜ ਕੇ ਜਿਸ ਤਰ੍ਹਾਂ ਜੋ ਕੁਛ ਕੁਹਾੜਾ ਚਲਾਇਆ ਜਾ ਰਿਹਾ ਹੈ, ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ, ਇਹਦੇ ਨਾਲ ਕੇਵਲ ਤੇ ਕੇਵਲ ਵੋਟਾਂ ਦਾ ਧਰੂਵੀਕਰਨ ਹੈ, ਜਿਹਨੂੰ ਅਕਾਲੀ ਦਲ ਕਦੇ ਬਰਦਾਸ਼ਤ ਨਹੀਂ ਕਰੂਗਾ। ਹਾਂ, ਜੇ ਕਿਸੇ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਉੱਤੇ ਕਾਰਵਾਈ ਹੋਣੀ ਚਾਹੀਦੀ, ਪਰ ਡਰਾਮੇ ਮੈਂ ਤੁਹਾਡੇ ਕੋਲ ਵਾਪਸ ਆਉਣਾ। ਤੁਸੀਂ ਕਹਿ ਰਹੇ ਹੋ ਕਿ ਪੋਲਰਾਈਜੇਸ਼ਨ ਹੈ, ਪੋਲਰਾਈਜੇਸ਼ਨ ਪੰਜਾਬ ਦੇ ਵਿੱਚ ਹੈ ਜਾਂ ਸੈਂਟਰ ਦੇ ਲੈਵਲ ਦੇ ਉੱਤੇ ਹੋ ਰਹੀ ਹੈ? 2024 ਨੂੰ ਲੈ ਕੇ ਜਾਂ 27 ਨੂੰ ਲੈ ਕੇ ਹੈ, ਇਹ ਵੀ ਇੱਕ ਵੱਡਾ ਸਵਾਲ ਹੈ। ਮੈਂ ਗਰੇਵਾਲ ਸਾਹਿਬ ਦਾ ਰੁਖ ਕਰਦਾ, ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਹਰਜੀਤ ਗਰੇਵਾਲ ਜੀ ਸਾਡੇ ਨਾਲ ਬੀਜੇਪੀ ਤੋਂ ਜੁੜੇ ਹੋਏ ਨੇ। ਗਰੇਵਾਲ ਸਾਹਿਬ, ਤੁਸੀਂ ਇਸ ਪੂਰੇ ਐਕਸ਼ਨ ਨੂੰ ਕਿਵੇਂ ਦੇਖ ਰਹੇ ਹੋ? ਤੁਹਾਡਿਆਂ ਜਿਹੜੇ ਬਿਆਨ ਨੇ ਅਸੀਂ ਲਗਾਤਾਰ ਸੁਣਦੇ ਰਹੇ ਹਾਂ, ਇਨਫੈਕਟ ਦਰਸ਼ਕ ਵੀ ਸੁਣਦੇ ਰਹੇ ਹੋਣਗੇ। ਇਸ ਵਿਚਾਲੇ ਮੇਰਾ ਸਵਾਲ, ਜੋ ਕਾਂਗਰਸ ਕਹਿ ਰਹੀ ਹੈ ਜਾਂ ਕਾਂਗਰਸ ਦੇ ਨੁਮਾਇੰਦੇ ਕਹਿ ਰਹੇ ਨੇ ਕਿ ਸਟੇਟ ਤੇ ਸੈਂਟਰ ਦੀ ਸਰਕਾਰ ਦਾ ਫੇਲੀਅਰ ਹੈ ਕਿ ਇੰਨੀ ਜ਼ਿਆਦਾ ਮਾਹੌਲ ਬਣਿਆ ਜਾਂ ਇਸ ਲੈਵਲ ਦੇ ਉੱਤੇ ਅੰਮ੍ਰਿਤਪਾਲ ਪਹੁੰਚ ਗਿਆ, ਜਾਂ ਇਹ ਪੂਰਾ ਪਲਾਨ ਕਰਨਾ ਪਿਆ? ਇਹ ਸਮਾਂ ਰਹਿੰਦੇ ਕੀਤਾ ਜਾ ਸਕਦਾ ਸੀ ਤਾਂ ਇੰਨੀ ਵੱਡੀ ਗੱਲ ਹੀ ਨਾ ਹੁੰਦੀ। ਇਹ ਸਾਡੀ ਬਦਕਿਸਮਤੀ ਆ ਕਿ ਪੋਲੀਟੀਕਲ ਪਾਰਟੀਆਂ ਆਪਣੇ ਆਪਣੇ ਹਿੱਤ ਸਾਧਨ ਦੇ ਲਈ ਵੀ ਐਸੇ ਸਮੇਂ ਤੇ ਆਲੋਚਨਾ ਕਰਦੀਆਂ ਨੇ ਤੇ ਆਪਣੀਆਂ ਗੱਲਾਂ ਰੱਖਦੀਆਂ ਨੇ। ਇਹਦੇ ਚ ਕੇਂਦਰ ਸਰਕਾਰ ਦਾ ਕੀ ਲੈਣਾ ਦੇਣਾ? ਪਹਿਲੀ ਗੱਲ ਤਾਂ ਇਹ। ਔਰ ਦੂਸਰੀ ਗੱਲ, ਜਦੋਂ ਕਿਸੇ ਸਟੇਟ 'ਚ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੋ ਜਾਏ, ਪਰਿਸਥਿਤੀ ਦਾ ਨਿਰਮਾਣ ਹੋ ਜਾਏ, ਤਾਂ ਕੇਂਦਰ ਨੂੰ ਮਦਦ ਕਰਨੀ ਹੁੰਦੀ ਹੈ, ਸਟੇਟ ਦੀ ਕਿਉਂ ਨਹੀਂ ਕਰਨੀ? ਔਰ ਪਹਿਲੀ ਗੱਲ, ਜਿਹੜੇ ਕਹਿੰਦੇ ਆ ਵਾਰਿਸ ਪੰਜਾਬ ਦੇ ਸਾਰੇ ਪੰਜਾਬੀ ਆ, ਕੋਈ ਇਕੱਲਾ ਵਾਰਿਸ ਪੰਜਾਬ ਦਾ ਨਹੀਂ ਹੈ। ਉਹਨਾਂ ਨੇ ਜਿਸ ਤਰ੍ਹਾਂ ਦਾ ਟੈਰਰ ਫੈਲਾਇਆ, ਇਹ ਸ਼ੁਰੂ ਦੇ ਵਿੱਚ ਜੇ ਕਾਰਵਾਈ ਹੁੰਦੀ ਤਾਂ ਉਹ ਇੱਕ ਮੁਹੱਲੇ ਦਾ ਬਦਮਾਸ਼ ਸੀ, ਉਨੀ ਕੁ ਹੈਸੀਅਤ ਸੀ। ਇਹ ਉਹਦੀ ਹੈਸੀਅਤ ਵੱਧਦੀ ਜਾ ਰਹੀ ਸੀ ਜਿੰਨੀ ਦੇਰੀ ਹੋ ਗਈ। ਪਰ ਮੈਂ ਸਰਕਾਰ ਤੇ, ਪੰਜਾਬ ਸਰਕਾਰ ਤੇ ਕੋਈ ਸਵਾਲ ਨਹੀਂ ਚੁੱਕਣਾ। ਇਸ ਵੇਲੇ ਮੌਕਾ ਐਸਾ ਕਿ ਸਰਕਾਰ ਦੇ ਨਾਲ ਖੜੇ ਹੋਣ ਦਾ ਮੌਕਾ। ਪਰ ਅਸੀਂ ਖਾਮਖਾ, ਕੇਂਦਰ ਨੇ ਆ ਕਰਤਾ, ਪੰਜਾਬ ਨੇ ਆ ਕਰਤਾ, ਜੋ ਵੀ ਦੇਰ ਆਏ ਦਰੁਸਤ ਆਏ, ਜੋ ਵੀ ਕਾਰਵਾਈ ਕੀਤੀ ਆ ਪੰਜਾਬ ਸਰਕਾਰ ਦੀ, ਤੇ ਪੂਰੀ ਸਖਤ ਕਾਰਵਾਈ ਹੋਣੀ ਚਾਹੀਦੀ ਆ। ਅੱਜ ਦੇਖੋ, ਸਿੱਖਾਂ ਨੂੰ ਜਿਹੜਾ ਬਦਨਾਮ ਕਰਨ ਦੀ ਸਾਜ਼ਿਸ਼ ਆ, ਬਲਟੋਹਾ ਸਾਹਿਬ ਬੋਲ ਰਹੇ ਸੀ, ਉਹ ਜਿਹੜੇ ਵਿਦੇਸ਼ਾਂ 'ਚ ਤਿਰੰਗੇ ਦਾ ਅਪਮਾਨ ਕਰਦੇ ਆ, ਜਿਹੜਾ ਤਿਰੰਗਾ ਸਾਡੀ ਸ਼ਾਨ ਆ, ਉਹ ਕਿਹਦਾ ਅਪਮਾਨ ਕਰਦੇ ਆ? ਉਹਨਾਂ ਦੇਸ਼ ਭਗਤਾਂ ਦਾ ਵੀ ਅਪਮਾਨ ਹੋ ਰਿਹਾ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਤਿਰੰਗਾ ਹੱਥ 'ਚ ਫੜ ਕੇ ਸੰਘਰਸ਼ ਕੀਤਾ। ਉਹ ਸਿੱਖ ਕੌਮ ਨੂੰ ਬਦਨਾਮ ਕਰ ਰਹੇ ਆ। ਉਹ ਕੌਣ ਲੋਕ ਨੇ? ਉਹਨਾਂ ਨੂੰ ਆਇਡੈਂਟੀਫਾਈ ਕਰੋ ਬਲਟੋਹਾ ਸਾਹਿਬ। ਔਰ ਦੂਸਰਾ, ਸ਼੍ਰੋਮਣੀ ਅਕਾਲੀ ਦਲ ਵੀ ਇਹ ਸਪਸ਼ਟ ਕਰੇ ਕਿ ਉਹ ਅੰਮ੍ਰਿਤਪਾਲ ਦੀ ਵਿਚਾਰਧਾਰਾ ਦੇ ਨਾਲ ਹੈ ਜਾਂ ਉਸ ਦੇ ਅਲੱਗ ਹੈ। ਇਸ ਵੇਲੇ ਰਲੀ ਮਿਲੀ ਜੀ ਗੱਲ ਕਰਦੇ ਆ। ਇਹ ਵੋਟ ਬੈਂਕ ਦੀ ਗੱਲ ਨਹੀਂ ਹੈ, ਇਹ ਵੀ ਵੋਟ ਬੈਂਕ ਦੀ ਗੱਲ ਆ ਸਾਰੀ, ਕਿ ਸਾਡੇ ਨਾਲ ਉਹ ਨਾ ਟੁੱਟ ਜੇ, ਸਾਡੇ ਨਾਲ। ਵੈਸੇ ਅਕਾਲੀ ਦਲ ਜਿਹੜੀ ਆ ਦੇਸ਼ ਭਗਤ ਜਮਾਤ ਆ, ਔਰ ਉਹਦਾ ਰਹਿਣਾ ਵੀ ਜ਼ਰੂਰੀ ਆ, ਉਹਦਾ ਹੋਣਾ ਵੀ ਜ਼ਰੂਰੀ ਆ, ਕਿਉਂਕਿ ਇਹ ਲੋਕ ਇਹਨਾਂ ਦਾ ਹੀ ਨੁਕਸਾਨ ਕਰਨ ਲਈ ਆਏ ਹੋਏ ਆ, ਹੋਰ ਕਿਸੇ ਦਾ ਨਹੀਂ ਕਰਨਾ ਉਹਨਾਂ ਨੇ ਪੰਜਾਬ 'ਚ ਨੁਕਸਾਨ। ਔਰ ਦੂਜੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਕਿ ਅਸੀਂ ਤਾਂ ਸਰਕਾਰ ਦੇ ਨਾਲ ਖੜੇ ਆ। ਸਖਤ ਤੋਂ ਸਖਤ ਕਾਰਵਾਈ ਹੋਵੇ, ਜ਼ੀਰੋ ਟੋਲਰੈਂਸ ਤੇ ਹੋਵੇ ਇਹੋ ਜਿਹੇ ਲੋਕਾਂ ਦੇ ਬਾਰੇ। ਲੋਕਤੰਤਰ ਕੀ ਮਾਇਨੇ ਰੱਖਦਾ ਜੀ? ਲੋਕਤੰਤਰ ਉਹਨਾਂ ਲੋਕਾਂ ਲਈ ਆ ਜਿਹੜੇ ਪੀਸਫੁਲ ਰਹਿਣਾ ਚਾਹੁੰਦੇ ਨੇ, ਜਿਹੜੇ ਦੂਸਰਿਆਂ ਨੂੰ ਧਮਕੀਆਂ ਦੇਣ, ਦੇਸ਼ ਤੋੜਨ ਦੀ ਸਾਜ਼ਿਸ਼ ਕਰਨ ਔਰ ਕਹਿਣ ਕਿ ਮੈਂ ਤਾਂ ਇੰਡੀਅਨ ਨੈਸ਼ਨਲ ਨਹੀਂ। ਕੌਣ ਉਹਨੂੰ ਸਪੋਰਟ ਕਰਦਾ? ਤੇ ਇੱਥੇ ਰਹਿ ਕੇ ਕਿਸੇ ਦੇ ਕਹਿਣ ਦੀ ਹਿੰਮਤ ਹੋ ਜੇ ਔਰ ਸੂਬਾ ਉਹਦੇ ਪੂਰਾ ਖਿਲਾਫ ਨਾ ਹੋਵੇ, ਅਸੀਂ ਸਾਰੀਆਂ ਪੋਲੀਟੀਕਲ ਪਾਰਟੀਆਂ ਇਸ ਗੱਲ ਦੇ ਖਿਲਾਫ ਨਾ ਖੜੇ ਹੋਈਏ ਕਿ ਉਹ ਕੀ ਚੀਜ਼ ਆ, ਇਦਾਂ ਕਿੱਦਾਂ ਕਹਿ ਜਾਣ? ਕੋਈ ਕਾਨੂੰਨ ਦਾ ਡਰ ਨਹੀਂ ਹੈ। ਇਸ ਕਰਕੇ ਮਾਨ ਸਾਹਿਬ ਕਾਰਵਾਈ ਕਰੋ, ਸਖਤ ਤੋਂ ਸਖਤ ਕਾਰਵਾਈ ਕਰੋ। ਔਰ ਤੁਹਾਨੂੰ ਇਸ ਗੱਲ ਦੀ ਵਧਾਈ ਵੀ ਹੈ, ਧੰਨਵਾਦ ਵੀ ਹੈ। ਹਾਂਜੀ, ਠੀਕ ਹੈ। ਬਲਟੋਹਾ ਸਾਹਿਬ, ਤੁਹਾਡਾ ਇੱਕ ਰਿਐਕਸ਼ਨ ਮੈਂ ਤਾਂ ਸ਼ਲਾਘਾ ਕਰਦਾ ਹਾਂ। ਸਾਹਿਬ ਤੁਹਾਡੇ ਕੋਲ ਆ ਰਹੇ ਹਾਂ। ਬਲਟੋਹਾ ਸਾਹਿਬ, ਦੇਖੋ, ਮੈਂ ਪਹਿਲੀ ਤਾਂ ਮੈਂ ਬੇਨਤੀ ਕਰਾਂ ਜੀ ਗੌਰਵ ਜੀ, ਅਸੀਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਜਿਹੜੀ ਵਿਚਾਰਧਾਰਾ, ਮੈਂ ਪਹਿਲਾਂ ਸ਼ੁਰੂ ਇੱਥੋਂ ਕੀਤਾ ਸੀ, ਸਾਡੇ ਬਹੁਤ ਵਖਰੇਵੇਂ ਨੇ, ਅਸੀਂ ਉਹਦੇ ਨਾਲ ਸਹਿਮਤ ਨਹੀਂ ਜਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ। ਅਸੀਂ ਪੰਜਾਬ ਦੇ ਅੰਦਰ ਸਭ ਤੋਂ ਪਹਿਲਾਂ ਅਮਨ ਸ਼ਾਂਤੀ ਤੇ ਆਪਸੀ ਭਾਈਚਾਰੇ ਦੇ ਮਦਈ ਹੈ। ਔਰ ਖਾਸ ਕਰਕੇ ਮੈਂ ਆਪਣੇ ਨਿੱਜੀ ਤਜਰਬੇ ਕਰਕੇ, ਕਿਉਂਕਿ ਅਸੀਂ ਉਹ ਹਾਲਾਤ ਵੀ ਦੇਖੇ ਨੇ ਤੇ ਹੰਡਾਏ ਵੀ ਨੇ,
ਅੱਜ ਦਾ ਯੂਥ ਜੋਸ਼ ਦੇ ਵਿੱਚ ਆ ਕੇ ਗਰਮ ਨਾਅਰੇ ਸੁਣ ਕੇ, ਗਰਮ ਭਾਸ਼ਣ ਸੁਣ ਕੇ ਪ੍ਰਵੋਕ ਹੋ ਜਾਂਦਾ ਆ। ਉਹਨਾਂ ਨੂੰ ਵੀ ਬੇਨਤੀ ਹੈ ਕਿ ਭਾਈ ਜਿਨ੍ਹਾਂ ਨੇ ਹੰਡਾਇਆ ਆ, ਜਿਨ੍ਹਾਂ ਨੇ ਦੇਖਿਆ ਆ, ਉਹਨਾਂ ਤੋਂ ਤਜਰਬਾ ਵੀ ਲਓ। ਅਸੀਂ ਜਿਸ ਦੇਸ਼ 'ਚ ਰਹਿੰਦੇ ਆ, ਚਾਹੇ ਕੋਈ ਕੈਨੇਡਾ 'ਚ ਰਹਿੰਦਾ ਸਾਡਾ, ਕੋਈ ਸਿੱਖ ਭਾਈਚਾਰੇ ਦਾ, ਕੋਈ ਅਮਰੀਕਾ 'ਚ ਰਹਿੰਦਾ, ਤੇ ਉੱਥੋਂ ਦੇ ਕਾਨੂੰਨ ਦੀ ਪਾਲਣਾ ਕਰਦੇ ਆ। ਜੇ ਅੱਜ ਅਸੀਂ ਇੰਡੀਆ ਦੇ ਵਿੱਚ ਰਹਿੰਦੇ ਆ ਤੇ ਸਾਨੂੰ ਇੱਥੋਂ ਦੇ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ। ਪਰ ਠੀਕ ਹੈ ਕਿ ਆਪਣੇ ਹੱਕ ਦੀ ਆਵਾਜ਼ ਉਠਾਓ, ਪਰ ਜਿਸ ਤਰ੍ਹਾਂ ਦੇ ਹਾਲਾਤ ਹੁਣ ਪੈਦਾ ਕੀਤੇ ਜਾ ਰਹੇ ਆ, ਠੀਕ ਹੈ ਜੇ ਕਿਸੇ ਨੇ ਕੋਈ ਗਲਤ ਗੱਲ ਕੀਤੀ ਹੈ, ਪਰ ਸਾਨੂੰ ਤੇ ਇੰਜ ਜਾਪਦਾ ਕਿ ਜਿਵੇਂ ਸਿੱਖਾਂ ਨੂੰ ਆਪਣੇ ਹੱਕ ਦੀ ਗੱਲ ਕਰਨ ਤੇ ਵੀ ਪਾਬੰਦੀ ਲੱਗੀ ਹੈ। ਹਾਂਜੀ, ਜਿਸ ਤਰ੍ਹਾਂ ਦੀ ਪਾਬੰਦੀ ਤੁਹਾਨੂੰ ਲੱਗਦਾ ਖਾਲਿਸਤਾਨ ਦੀ ਗੱਲ ਜੋ ਕਰ ਰਿਹਾ ਸੀ ਅੰਮ੍ਰਿਤਪਾਲ, ਉਹ ਹੱਕ ਦੀ ਗੱਲ ਹੈ? ਨਹੀਂ, ਮੈਂ ਤਾਂ ਪਹਿਲਾਂ ਕਹਿਤਾ ਜੀ, ਅਸੀਂ ਤੇ ਉਹਦੇ ਨਾਲ ਸਹਿਮਤ ਨਹੀਂ ਗਏ। ਇਸ ਗੱਲ ਨੂੰ ਮੈਂ ਬਿਲਕੁਲ ਜਿਹੜਾ ਆ ਠੋਕ ਕੇ ਕਹਿਣਾ ਕਿ ਜਿਹੜੀ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਵਿਚਾਰਧਾਰਾ ਸੀ ਜਾਂ ਜੋ ਉਹ ਗੱਲਾਂ ਕਰਦੇ ਸੀ, ਅਸੀਂ ਉਹਦੇ ਨਾਲ ਨਹੀਂ ਸਹਿਮਤ। ਪਰ ਜਿਸ ਤਰ੍ਹਾਂ ਦਾ ਬਿਹੇਵ ਕੀਤਾ ਜਾ ਰਿਹਾ ਹੁਣ, ਹਾਂਜੀ, ਕੋਈ ਏਡਾ ਵੱਡਾ ਗੁਨਾਹ ਤਾਂ ਨਹੀਂ ਕਰਤਾ, ਕੋਈ ਸਟੇਟ ਦੇ ਵਿਰੁੱਧ ਲੜਾਈ ਤਾਂ ਨਹੀਂ ਲੜਦੀ, ਹਾਂਜੀ, ਕੋਈ ਵੇਜਿੰਗ ਵਾਰ ਤਾਂ ਨਹੀਂ ਕਰਦੀ, ਹਾਂਜੀ, ਇੱਕ ਆਮ ਭਾਸ਼ਣ ਦਿੱਤੇ ਨੇ, ਹਾਂਜੀ, ਜੋ ਨਾ ਕੀਤਾ ਹੈ। ਜਿਸ ਤਰ੍ਹਾਂ ਦੀ ਤੁਸੀਂ NSA ਲਾ ਰਹੇ ਜੀ, NSA ਹੰਡਾਈਆਂ ਨੇ, 2 ਵਾਰ ਹੰਡਾਈਆਂ ਨੇ, ਔਰ ਉਦੋਂ 2 ਸਾਲ ਦੀ ਹੁੰਦੀ ਸੀ NSA। ਚੱਕ ਕੇ ਇਹਨੂੰ ਜੋਧਪੁਰ ਤੇ ਕਿਸੇ ਨੂੰ ਤ੍ਰਿਵੇਂਦਰਮ ਚ ਮਾਰਿਆ ਸੀਗਾ। ਇਸ ਕਰਕੇ ਮੇਰੀ ਬੇਨਤੀ ਇੰਨੀ ਕਾ, ਅਸੀਂ ਅਮਨ ਸ਼ਾਂਤੀ ਤੇ ਆਪਸੀ ਭਾਈਚਾਰੇ ਦੇ ਮਦਈ ਹੈ। ਔਰ ਦੂਸਰੀ ਗੱਲ ਜਿਹੜੀ ਹੈ, ਮੈਂ ਇੱਕ ਬੇਨਤੀ ਕਰਾਂ, ਇਹ ਵੋਟਾਂ ਇਕੱਲੇ ਪੰਜਾਬ ਦੇ ਵਿੱਚ ਵੰਡ ਨਹੀਂ ਪਾਈ ਜਾ ਰਹੀ, ਇਹ ਸਿੱਖਾਂ ਦਾ ਹਊਆ ਖੜਾ ਕਰਕੇ ਜਿਸ ਤਰੀਕੇ ਦਾ ਹੁਣ ਪ੍ਰਚਾਰ ਕੀਤਾ ਜਾ ਰਿਹਾ ਹੈ ਪੂਰੇ ਦੇਸ਼ 'ਚ, ਜਿਵੇਂ ਇੰਦਰਾ ਗਾਂਧੀ ਨੇ ਲਾਹਾ ਲਿਆ ਸੀਗਾ, ਉਸ ਤਰ੍ਹਾਂ ਲਿਆ ਜਾ ਰਿਹਾ। ਔਰ ਜਿਸ ਤਰ੍ਹਾਂ ਮੁਸਲਮਾਨਾਂ ਨੂੰ ਪੂਰੇ ਹਿੰਦੁਸਤਾਨ 'ਚ ਦਬਾ ਕੇ ਸਾਡੇ ਇੱਕ ਵਿਸ਼ੇਸ਼ ਭਾਈਚਾਰੇ ਨੂੰ ਵੱਡੀ ਬਹੁ ਗਿਣਤੀ ਨੂੰ ਖੁਸ਼ ਕਰਕੇ ਪੂਰੇ ਹਿੰਦੁਸਤਾਨ 'ਚ ਅੱਜ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਆਪਣਾ ਰਾਜ ਚਲਾ ਰਹੀ ਹੈ, ਇਸੇ ਤਰ੍ਹਾਂ ਹੀ ਸਿੱਖਾਂ ਦਾ ਹਊਆ ਖੜਾ ਕਰਕੇ ਜਾਂ ਸਿੱਖਾਂ ਨੂੰ ਦਬਾ ਕੇ, ਅਸੀਂ ਕਹਿੰਦੇ ਜੇ ਕਿਸੇ ਵਿਸ਼ੇਸ਼ ਨੇ ਕਿਸੇ ਨੇ ਗੁਨਾਹ ਕੀਤਾ ਆ, ਠੀਕ ਆ, ਉਹਦੇ ਵਿਰੁੱਧ ਕਾਰਵਾਈ ਕਰੋ, ਉਹਦੇ ਵਿਰੁੱਧ ਕਾਰਵਾਈ ਕਰਨ ਲਈ ਕੋਈ ਤਰੀਕਾ ਆ। ਪਰ ਜਿਸ ਤਰ੍ਹਾਂ ਦਾ ਤੁਸੀਂ ਮਾਹੌਲ ਪੈਦਾ ਕਰ ਰਹੇ ਜੇ, ਇਹ ਕਦਾਚਿਤ ਵੀ ਬਰਦਾਸ਼ਤ ਕਰਨ ਵਾਲਾ ਨਹੀਂ। ਠੀਕ ਹੈ, ਮੈਨੂੰ ਇੱਕ ਸਟੇਟਮੈਂਟ ਲੈਣੀ ਪੈਣੀ ਹੈ ਸੰਘੇੜਾ ਸਾਹਿਬ ਔਰ ਖੜਿਆਲ ਜੀ, ਥੋੜੀ ਵੇਟ ਕਰਿਓ। ਗੌਰਵ ਜੀ, ਇੱਕ ਮਿੰਟ, ਬਹੁਤ ਛੋਟਾ ਜਵਾਬ ਦਿਓ ਸਰ ਪਲੀਜ਼। ਪਹਿਲੀ ਗੱਲ, ਇਹ ਉਹ ਤਿਰੰਗਾ ਜਿਹਨੂੰ ਲੈ ਕੇ ਯੂਕਰੇਨ ਦੇ ਅੰਦਰ ਵਿਦੇਸ਼ਾਂ ਦੇ ਵਿਦਿਆਰਥੀ ਵੀ ਨਿਕਲੇ ਆ, ਸਾਡੇ ਦੇਸ਼ ਦੇ ਤਾਂ ਨਿਕਲੇ ਆ। ਉਹ ਤਿਰੰਗੇ ਦੀ ਸ਼ਾਨ ਆ। ਕੀ ਉਸ ਦਾ ਸਮਰਥਨ ਕਰਦੇ ਹੋ? ਉਹ ਸਿੱਖਾਂ ਦੇ ਖਿਲਾਫ ਕੌਣ ਚਲਾ ਰਿਹਾ? ਜਿਹੜੇ ਲੋਕ ਇਹ ਕੰਮ ਕਰ ਰਹੇ ਆ ਉਹ ਚਲਾ ਰਹੇ ਆ, ਉਹਨਾਂ ਨੂੰ ਆਇਡੈਂਟੀਫਾਈ ਕਰੋ। ਬਲਟੋਆ ਸਾਹਿਬ, ਬੀਜੇਪੀ ਤੇ ਹਮਲੇ ਨਾ ਕਰੋ, ਔਰ ਇਹ ਗੱਲਾਂ ਠੀਕ ਨਹੀਂ। ਔਰ ਉਹ ਲੋਕਾਂ ਦੀ ਕਿਸ ਤਰ੍ਹਾਂ ਤਾਕਤ ਹੋਗੀ ਇਹ ਸਭ ਕਰਨ ਦੀ? ਉਸ ਦੀ ਨਿੰਦਾ ਕਿਉਂ ਨਹੀਂ ਕਰਦੇ ਤੁਸੀਂ? ਤੇ ਸ਼੍ਰੋਮਣੀ ਅਕਾਲੀ ਦਲ 'ਚ ਐਸੇ ਲੀਡਰ ਹੋਏ ਆ ਮਹਾਨ, ਤੇ ਤੁਸੀਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਉਸ ਤੇ ਬੈਠ ਕੇ ਉਹਨਾਂ ਦੀ ਨਿੰਦਾ ਨਹੀਂ ਕਰਦੇ ਜਿਹੜੇ ਤਿਰੰਗੇ ਦਾ ਅਪਮਾਨ ਕਰ ਰਹੇ ਆ? ਕਿਉਂ ਕਰ ਰਹੇ ਆ? ਉਹ ਸਿੱਖਾਂ ਦੀ ਦਿੱਖ ਖਰਾਬ ਕਰ ਰਹੇ ਆ। ਅੰਮ੍ਰਿਤਪਾਲ ਦੇ ਪੱਖ ਦੇ ਵਿੱਚ ਜਾ ਕੇ ਨਹੀਂ ਨਾ ਖੜੇ, ਉਹ ਕਹਿੰਦੇ ਜਿਹੜੀ ਕਾਰਵਾਈ ਹੋ ਰਹੀ ਹੈ ਉਹ ਉਸ ਦੇ ਉੱਪਰ ਕੁਐਸਚਨ ਮਾਰਕ ਹੈ। ਚਲੋ ਥੋੜਾ ਜਿਹਾ ਵੇਟ ਕਰਿਓ, ਆਪਾਂ ਸੰਘੇੜਾ ਸਾਹਿਬ ਦਾ ਰੁਖ ਕਰ ਲੈਂਦੇ ਹਾਂ। ਦੇਖੋ, ਕਾਰਵਾਈ ਐਸੇ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਹੋਣੀ ਚਾਹੀਦੀ ਆ। ਠੀਕ ਹੈ, ਤੁਹਾਡਾ ਪੁਆਇੰਟ ਆ ਗਿਆ ਸੰਘੇੜਾ ਸਾਹਿਬ। ਗੌਰਵ ਜੀ, ਇਹ ਸਾਡੇ ਵਿਰੋਧੀ ਨਹੀਂ ਹੈ, ਇਹ ਪੰਜਾਬੀਆਂ ਦੇ ਵਿਰੋਧੀ ਨੇ। ਬਲਟੋਹਾ ਸਾਹਿਬ ਵੀ ਤੇ ਕਾਂਗਰਸ ਵਾਲੇ ਵੀ। ਇਹਨਾਂ ਦੋਨਾਂ ਨੇ ਹੀ ਆਪਣਾ ਯੋਗਦਾਨ ਪਹਿਲਾਂ ਪਾਇਆ ਹੋਇਆ ਪੰਜਾਬ ਦਾ ਨੁਕਸਾਨ ਕਰਨ ਲਈ। ਬਲਟੋਹਾ ਸਾਹਿਬ ਦੋਹਰੀ ਬੋਲੀ ਬੋਲ ਰਹੇ ਆ। ਇੱਕ ਤਾਂ ਕਹਿ ਰਹੇ ਭਾਸ਼ਣ ਹੀ ਦਿੱਤੇ ਆ ਜੀ। ਬਲਟੋਹਾ ਸਾਹਿਬ, ਜਦੋਂ ਤੁਸੀਂ ਗਲਤ ਰਸਤੇ ਤੇ ਚੱਲ ਪਏ ਸੀਗੇ, ਤੁਸੀਂ ਵੀ ਭਾਸ਼ਣ ਹੀ ਸੁਣੇ ਸੀ ਨਾ। ਨੰਬਰ 2 ਤੇ ਗੁਰੂ ਸਾਹਿਬ ਨੂੰ ਢਾਲ ਬਣਾ ਕੇ, ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ ਥਾਣੇ ਤੇ ਹਮਲਾ ਕਰਨਾ, ਕੀ ਉਹ ਭਾਸ਼ਣ ਹੀ ਸੀ? ਪੁਲਿਸ ਕਰਮੀਆਂ ਨੇ ਜਿਨ੍ਹਾਂ ਨੇ ਮੋਹਰਿਓਂ ਨਹੀਂ ਮੁਕਾਬਲਾ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਹੋਵੇ, ਉਹ ਸਾਰੀ ਗੱਲ ਨੂੰ ਬੜੇ ਆਪਣੇ ਦਿਮਾਗ ਨਾਲ ਤੇ ਤਹੱਮਲ ਨਾਲ ਸਹਾਰਿਆ। ਉਹਨਾਂ ਦੇ 12 ਸਿਰਾਂ 'ਚ ਟਾਂਕੇ ਲੱਗੇ ਆ, ਕੀ ਉਹ ਇਕੱਲਾ ਭਾਸ਼ਣ ਹੀ ਸੀ? ਇਹ ਜੋ ਪੰਜਾਬ ਦੀ ਅਮਨ ਸ਼ਾਂਤੀ ਹੈ ਨਾ, ਉਹ ਕਹਿੰਦੇ ਕਾਰਵਾਈ ਕਰੋ ਨਾ, ਕਿ ਜਿਸਨੇ ਕਾਨੂੰਨ ਤੋੜਿਆ ਉਹਦੇ ਪਰ ਕਾਰਵਾਈ ਕਰੋ। ਸੰਘੇੜਾ ਸਾਹਿਬ ਉਹ ਕਹਿ ਰਹੇ ਕਿ ਜਿਸਨੇ ਕਾਨੂੰਨ ਤੋੜਿਆ ਉਹਦੇ ਪਰ ਕਾਰਵਾਈ ਕਰੋ। ਮਾਹੌਲ ਜਿਸ ਤਰੀਕੇ ਨਾਲ ਸਿਰਜ ਦਿੱਤਾ ਗਿਆ ਉਸ ਦੇ ਉੱਤੇ ਕੁਐਸਚਨ ਮਾਰਕ ਹੈ। ਤੁਸੀਂ ਦੇਖੋ, ਇਹਨਾਂ ਨੂੰ ਇੰਨਾ ਟਾਈਮ ਦਿੱਤਾ, ਮੈਨੂੰ ਵੀ ਦਿਓ ਨਾ। ਨਹੀਂ ਪਲੀਜ਼, ਤੁਸੀਂ ਆਪਣੀ ਗੱਲ ਕੰਪਲੀਟ ਕਰੋ। ਹੋ ਰਹੀ ਹੈ ਜੀ। ਇਕੱਲੇ ਅੰਮ੍ਰਿਤਪਾਲ ਦੀ ਗੱਲ ਨਹੀਂ ਹੈ, ਸਾਰਾ ਹੁਣ ਸਾਹਮਣੇ ਤਾਂ ਆ ਗਿਆ ਕਿ ਕਿਸ ਤਰ੍ਹਾਂ ਜਥੇਬੰਦ ਕਰਕੇ AKF ਬਣਾਉਣ ਦੀ ਕੋਸ਼ਿਸ਼, ISI ਨਾਲ ਸੰਬੰਧ, ਫੋਰਨ ਫੰਡਿੰਗ। ਕੋਈ ਇੱਕ ਵਿਅਕਤੀ ਦਾ ਬਿਆਨ ਥੋੜੀ ਹੈ ਇਹ ਏਜੰਸੀਆਂ ਦੀ ਇਨਪੁਟ ਹੈ, ਪੰਜਾਬ ਪੁਲਿਸ ਦੀ ਇਨਪੁਟ ਹੈ, ਵੱਖ-ਵੱਖ ਏਜੰਸੀਆਂ ਦੀ ਇਨਪੁਟ ਹੈ। ਔਰ ਉਹਦੇ 'ਚ ਬੈਂਕਸ ਦੇ ਵਿੱਚ ਟ੍ਰਾਂਸਫਰ ਹੋਏ ਪੈਸੇ, ਉਹਨਾਂ ਦੀਆਂ ਐਂਟਰੀਜ਼ ਹੈ ਓਵਰ ਏ ਪੀਰੀਅਡ ਆਫ ਟਾਈਮ। ਜਦੋਂ ਇਨਵੈਸਟੀਗੇਸ਼ਨ ਹੁੰਦੀ ਹੈ, ਉਹਦੇ ਸਾਰੇ ਸਬੂਤ ਵੀ ਨਾਲ ਆਉਂਦੇ ਆ। ਤੇ ਨਾਲੇ ਬਲਟੋਹਾ ਸਾਹਿਬ ਮੈਨੂੰ ਇਹ ਦੱਸਣ
ਕਿ ਤੁਹਾਡੀ ਪਾਰਟੀ ਤੇ ਕਾਂਗਰਸ ਪਾਰਟੀ ਨੇ ਇਹ ਕੰਮ ਕੀਤਾ ਆ। ਕਾਂਗਰਸ ਪਾਰਟੀ ਨੇ ਪੋਲੂਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ 1.5 ਲੱਖ ਮਰਜੀਵੜੇ ਦੀ ਫੌਜ ਬਣਾ ਕੇ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਆਮ ਆਦਮੀ ਪਾਰਟੀ ਨਹੀਂ ਇਹ ਕੋਸ਼ਿਸ਼ ਕਰਦੀ। ਆਮ ਆਦਮੀ ਪਾਰਟੀ ਜਿਹੜੀ ਆ ਇੰਨੇ ਤਹੱਮਲ ਨਾਲ ਇੰਨਾ ਸ਼ਾਂਤੀਪੂਰਵਕ ਹੱਲ ਕੀਤਾ ਜਿਹਦੇ ਨਾਲ ਸਮੂਹ ਪੰਜਾਬੀ ਸਿੱਖ ਹਿੰਦੂ ਬਾਕੀ ਹੋਰ ਸਾਰੇ ਉਹ ਇਕੱਠੇ ਹੋਏ ਆ। ਸਾਰਿਆਂ ਨੇ ਇਸ ਆਪਰੇਸ਼ਨ ਦੀ ਸੰਘੜਾ ਸਾਹਿਬ ਦੋ ਪੁਆਇੰਟ ਦਾ ਜਵਾਬ ਦੇ ਦਿਓ। ਠੀਕ ਹੈ, ਅੰਮ੍ਰਿਤਪਾਲ ਵਿਰੁੱਧ ਕਾਰਵਾਈ ਨਹੀਂ ਹੈਗੀ ਇਹ ਜੀ, 2 ਪੁਆਇੰਟ ਦਾ ਜਵਾਬ ਦੇ ਦਿਓ। ਕਾਰਵਾਈ ਆ ਅਮਨ ਸ਼ਾਂਤੀ ਨੂੰ ਸੰਘੜਾ ਸਾਹਿਬ ਕਾਂਗਰਸ ਕਹਿ ਰਹੀ ਹੈ ਕਿ ਫੇਲਿਅਰ ਹੈ ਸਟੇਟ ਦਾ ਸੈਂਟਰ ਦਾ ਦੋਵੇਂ ਸਰਕਾਰਾਂ ਦਾ। ਪੁਆਇੰਟ ਨੰਬਰ 2 ਵਲਟੋਹਾ ਜੀ ਕਹਿ ਰਹੇ ਨੇ ਕਿ ਜਿਹੜੇ ਸਿੱਖ ਨੇ ਉਹਨਾਂ ਦਾ ਇੱਕ ਹੂਆ ਬਣਾਇਆ ਜਾ ਰਿਹਾ ਪੂਰੇ ਦੇਸ਼ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਬਦਨਾਮ ਕੀਤਾ ਜਾ ਰਿਹਾ ਸਿੱਖਾਂ ਨੂੰ। ਪੋਲਰਾਈਜੇਸ਼ਨ ਹੋ ਰਹੀ ਹੈ ਇਸ ਸਮੇਂ। ਸਿੱਖਾਂ ਨੂੰ ਬਦਨਾਮ ਕਰਨਾ ਇੰਨਾ ਸੌਖਾ ਨਹੀਂ ਗੌਰਵ ਜੀ। ਦੇਖੋ ਕਿਸਾਨ ਅੰਦੋਲਨ ਚ ਸਿੱਖਾਂ ਦੀ ਇਮੇਜ ਬਣੀ ਆ। ਹੁਣ ਵੀ ਜਿੱਥੇ ਜਿੱਥੇ ਕੋਈ ਭੁਚਾਲ ਆਇਆ ਹੋਇਆ ਜਾਂ ਖਾਲਸਾ ਏਡ ਜਾ ਕੇ ਉੱਥੇ ਮਦਦ ਕਰ ਰਹੀ ਆ। ਸਿੱਖਾਂ ਨੂੰ ਬਦਨਾਮ ਕਰਨਾ ਇੰਨਾ ਸੌਖਾ ਨਹੀਂ ਹੈ। ਸਿੱਖਾਂ ਨੂੰ ਬਦਨਾਮ ਕਰਨ ਦੀਆਂ ਕਈ ਕੋਸ਼ਿਸ਼ਾਂ ਹੋ ਚੁੱਕੀਆਂ। ਸਿੱਖਾਂ ਨੂੰ ਕੋਈ ਨਹੀਂ ਦਬਾ ਸਕਦਾ, ਕੋਈ ਨਹੀਂ ਬਦਨਾਮ ਕਰ ਸਕਦਾ। ਜਿਹੜੇ ਖਰਿਆਲ ਸਾਹਿਬ ਕਹਿੰਦੇ ਆਪਰੇਸ਼ਨ ਫੇਲਰ ਹੋਇਆ ਨਾ, ਇਹਨਾਂ ਦੀ ਪਾਰਟੀ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ। ਕੋਈ ਵੀ ਸਿਆਣਾ ਪੋਲੀਟੀਸ਼ੀਅਨ ਕਿਸੇ ਦੇ ਸਰਵਉੱਚਤਮ ਧਾਰਮਿਕ ਸਥਾਨ ਤੇ ਹਮਲਾ ਨਹੀਂ ਕਰੂਗਾ। ਔਰ ਦਿਨ ਵੀ ਕਿਹੜਾ ਚੁਣਿਆ? ਗੁਰਪੁਰਬ ਵਾਲਾ ਦਿਨ, ਜਿਸ ਦਿਨ ਸਭ ਤੋਂ ਵੱਧ ਬੀਬੀਆਂ ਬੱਚੇ ਬਜ਼ੁਰਗ ਉੱਥੇ ਸੀਗੇ। ਸੋ ਇਹ ਕਰੂਅਲ ਜਮਾਤ ਹੈ, ਤਾਂ ਹੀ ਇੰਡੀਆ ਦੇ ਵਿੱਚ ਲੱਭਦੇ ਨਹੀਂ ਹੈ ਕਿਤੇ। ਔਰ ਸ਼੍ਰੋਮਣੀ ਅਕਾਲੀ ਦਲ ਵੀ ਤੁਹਾਡਾ ਕਹਿੰਦੇ ਕਿ ਸਕਸੈਸਫੁਲ ਨਹੀਂ ਹੋਇਆ। ਜੇ ਸਕਸੈਸਫੁਲ ਹੁੰਦਾ ਫੜ ਲੈਂਦੇ ਤੁਸੀਂ ਅੰਮ੍ਰਿਤਪਾਲ ਨੂੰ। ਦੇਖੋ ਮੈਂ ਉਹੀ ਗੱਲ ਕਹਿ ਰਿਹਾ ਗੌਰਵ ਜੀ, ਅਸੀਂ ਕਦੋਂ ਕਿਹਾ ਆ? ਅਸੀਂ ਇਹ ਤਾਂ ਇਹ ਕਹਿ ਰਹੇ ਆਪਰੇਸ਼ਨ ਜਾਰੀ ਆ ਔਰ ਛੇਤੀ ਫੜ ਲਿਆ ਜਾਵੇਗਾ। ਅੰਮ੍ਰਿਤਪਾਲ ਸਿੰਘ ਜਿਹੜਾ ਆ ਇਕੱਲੇ ਅੰਮ੍ਰਿਤਪਾਲ ਦੇ ਖਿਲਾਫ ਨਹੀਂ ਸੀਗਾ ਆਪਰੇਸ਼ਨ। ਇਹ ਓਵਰਆਲ ਪੂਰੇ ਗਰੁੱਪ ਦੇ ਖਿਲਾਫ ਸੀਗਾ ਜਿਨ੍ਹਾਂ ਨੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਆਰੰਭੀਆਂ ਔਰ ਤਿਆਰੀ ਚ ਸੀਗੇ। ਉਹਨਾਂ ਦੀ ਤਿਆਰੀ ਪੂਰੀ, ਉਹਨਾਂ ਦੀ ਸਾਜ਼ਿਸ਼ ਮੁਕੰਮਲ ਨਾ ਹੋਵੇ। ਤੁਸੀਂ ਦੇਖੋ ਕਿੰਨੀਆਂ ਗ੍ਰਿਫਤਾਰੀਆਂ ਹੋਈਆਂ, ਕਿੰਨੀਆਂ ਰਿਕਵਰੀਜ਼ ਹੋਈਆਂ। ਤੁਸੀਂ ਆਪ ਤਾਂ ਗੌਰਵ ਜੀ ਚਲਾਇਆ ਸਾਰਾ ਕੁਝ। ਨਿਊਜ਼ 18 ਨੇ ਸਭ ਤੋਂ ਵੱਧ ਨਿਰਪੱਖਤਾ ਨਾਲ ਇਹਨੂੰ ਚਲਾਇਆ। ਸਾਰੀਆਂ ਰਿਕਵਰੀਜ਼ ਦਿਖਾਈਆਂ, ਸਾਰੀਆਂ ਪ੍ਰੈਸ ਕਾਨਫਰੰਸਿਸ ਦਿਖਾਈਆਂ। ਆਈਜੀ ਸਾਹਿਬ ਨੇ ਸ਼ਾਮੀ ਕਿਹਾ ਕਿ ਬਹੁਤ ਛੇਤੀ ਅੰਮ੍ਰਿਤਪਾਲ ਸਿੰਘ ਨੂੰ ਵੀ ਫੜ ਲਿਆ ਜਾਵੇਗਾ। ਸੋ ਇਸ ਤਰ੍ਹਾਂ ਕੋਈ ਗੱਲ ਨਹੀਂ। ਉਹ ਇੰਤਜ਼ਾਰ ਹੈ ਕਿ ਆਖਿਰ ਕਦੋਂ ਤੱਕ ਪੁਲਿਸ ਅੰਮ੍ਰਿਤਪਾਲ ਤੱਕ ਪਹੁੰਚਦੀ ਹੈ। ਦੇਖੋ ਸਾਡਾ ਤਾਂ ਕੰਮ ਹੈ ਸਰ ਇਹ ਕਿ ਅਸੀਂ ਚੀਜ਼ਾਂ ਲੋਕਾਂ ਤੱਕ ਪਹੁੰਚਾਈਏ। ਔਰ ਖਾਸ ਤੌਰ ਤੇ ਇਸ ਦੌਰ ਦੇ ਵਿੱਚ ਜਦੋਂ ਇੰਟਰਨੈਟ ਬੰਦ ਹੈ ਤਾਂ ਇੰਟਰਨੈਟ ਦੇ ਜ਼ਰੀਏ ਅਫਵਾਹਾਂ ਬਹੁਤ ਫੈਲ ਜਾਂਦੀਆਂ ਨੇ, ਤੇ ਇਸ ਕਰਕੇ ਸਾਡੀ ਬਹੁਤ ਕੋਸ਼ਿਸ਼ ਹੁੰਦੀ ਹੈ ਕਿ ਬਹੁਤ ਆਥੈਂਟਿਕ ਚੀਜ਼ਾਂ ਪਹੁੰਚਾਈਏ। ਖੜਿਆਲ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ, ਥੋੜਾ ਜਿਹਾ ਛੋਟਾ ਰੱਖਿਓ ਸਰ ਜਵਾਬ, ਸਮਾਂ ਆਪਣੇ ਕੋਲ ਬਹੁਤ ਪੂਰਾ। ਬਿਲਕੁਲ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲਾਂ ਤਾਂ ਜਵਾਬ ਕੋਈ ਨਹੀਂ ਦਿੱਤਾ। ਸਵਾਲ ਬੜਾ ਕਲੀਅਰ ਤੇ ਕ੍ਰਿਸਪ ਸੀਗਾ ਵੀ ਕਿਉਂ ਇੰਨਾ ਜ਼ਿਆਦਾ ਡਿਲੇ ਹੋਇਆ, ਇੰਨੇ ਹਫ਼ਤੇ ਐਕਸ਼ਨ ਲੈਣ ਦੇ ਵਿੱਚ ਕਿਉਂ ਲੱਗ ਗਏ। ਕਿਉਂਕਿ ਜਦੋਂ ਬੱਚੇ ਨੇ ਇੱਕ ਫੋਟੋ ਪਾਈ ਸੀਗੀ ਸੋਸ਼ਲ ਮੀਡੀਆ ਤੇ ਬੱਚੇ ਤੇ ਤਾਂ ਨਾਲ ਦੀ ਨਾਲ ਤੁਸੀਂ ਪਰਚਾ ਕਰਤਾ ਸੀਗਾ, ਤੇ ਇੱਧਰ ਤੁਸੀਂ ਬੈਠੇ ਰਹੇ ਹੱਥ ਰੱਖ ਕੇ। ਦੂਜਾ ਸਵਾਲ ਕਿ ਭਗਵੰਤ ਮਾਨ ਸਾਹਿਬ ਅਮਿਤ ਸ਼ਾਹ ਸਾਹਿਬ ਨੂੰ ਮਿਲ ਕੇ ਆਏ ਸੀਗੇ, ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇਸ਼ ਦੇ ਹੋਮ ਮਿਨਿਸਟਰ ਸਾਹਿਬ ਨੂੰ ਮਿਲ ਕੇ ਆਏ। ਕੀ ਸੰਘੇੜਾ ਸਾਹਿਬ ਤੁਸੀਂ ਕਿਉਂਕਿ ਐਕਸ਼ਨ ਲੈ ਨਹੀਂ ਰਹੇ ਸੀਗੇ, ਕੀ ਸੈਂਟਰ ਨੇ ਤੁਹਾਨੂੰ ਕਿਹਾ ਵੀ ਐਕਸ਼ਨ ਲਿਆ ਜਾਵੇ ਇਹ ਇਨਸੀਡੈਂਟ ਦੇ ਵਿੱਚ? ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਰਿਲੈਕਟੈਂਸ ਸ਼ੋ ਕਰ ਰਹੀ ਸੀਗੀ। ਇਹ ਸਵਾਲ ਦਾ ਜਵਾਬ ਦਿਓ ਵੀ ਉਹ ਮੀਟਿੰਗ ਦੇ ਵਿੱਚ ਕੀ ਵਾਪਰਿਆ, ਕੀ ਹੋਇਆ, ਕੋਈ ਆਰਡਰ ਆਇਆ ਸੈਂਟਰ ਤੋਂ? ਵਿੱਚ ਨਾ ਬੋਲੋ। ਤੀਜਾ ਜਦੋਂ ਟਾਈਮ ਹੋਇਆ ਉਦੋਂ ਬੋਲੋ। ਛੋਟਾ ਪੁਆਇੰਟ ਸਮਾਂ ਬਹੁਤ ਪੂਰਾ ਜੀ। ਮੈਨੂੰ ਵੀ ਟਾਈਮ ਮੈਂ ਸੰਘੇੜਾ ਸਾਹਿਬ ਆ ਰਿਹਾ, ਤੁਹਾਡੇ ਸੰਘੇੜਾ ਸਾਹਿਬ ਆ ਰਹੇ। ਆਮ ਆਦਮੀ ਪਾਰਟੀ ਸੰਘੇੜਾ ਸਾਹਿਬ ਵਿੱਚ ਨਾ ਕਾਈਂਡਲੀ ਬੋਲੋ, ਜਦੋਂ ਟਾਈਮ ਹੋਇਆ ਉਦੋਂ ਬੋਲਿਓ। ਆਮ ਆਦਮੀ ਪਾਰਟੀ ਨੂੰ ਸਵਾਲ ਸਾਡਾ ਇਹ ਹੈ ਕਿ ਇੰਨੇ ਇਨਸੀਡੈਂਟਸ ਹੋ ਰਹੇ ਹੈ, ਆਹ ਇਨਸੀਡੈਂਟ ਪੂਰੇ ਦੁਨੀਆ ਪੂਰਾ ਦੇਸ਼ ਦੇਖ ਰਿਹਾ ਹੈ, ਤੇ ਪੰਜਾਬ ਦਾ ਲਾਅ ਐਂਡ ਆਰਡਰ ਇੱਕ ਸਪੈਕਟੀਕਲ ਬਣ ਕੇ ਰਹਿ ਗਿਆ ਹੈ, ਬਲੰਡਰ ਬਣ ਕੇ ਰਹਿ ਗਿਆ ਹੈ। ਇਹਦਾ ਖਾਮਿਆਜ਼ਾ ਕੌਣ ਭੁਗਤੂਗਾ? ਇੱਥੇ ਕੋਈ ਇੰਡਸਟਰੀ ਆਉਣੀ ਚਾਹੂਗੀ, ਇੱਥੇ ਕੋਈ ਜੌਬਸ ਆਉਣਗੀਆਂ, ਪੰਜਾਬ ਦੀ ਇਕਨੋਮੀ। ਠੀਕ ਹੈ, ਚਲੋ ਜਵਾਬ ਲੈ ਲਓ ਸਰ। ਹੁਣ ਜਵਾਬ ਲੈ ਲਓ। ਕੋਈ ਵਾਪਸ ਆਉਣਾ ਚਾਹੂਗਾ? ਜਵਾਬ ਲੈ ਲਓ। ਆਮ ਆਦਮੀ ਪਾਰਟੀ ਦੀ ਮਿਸਮੈਨੇਜਮੈਂਟ ਦਾ ਨਤੀਜਾ ਹੈ ਜੋ ਅੱਜ ਸਾਰਾ ਕੁਝ ਹੋ ਰਿਹਾ ਹੈ। ਠੀਕ ਹੈ ਸੰਘੇੜਾ ਸਾਹਿਬ ਛੋਟਾ ਰੱਖਿਓ ਸਰ ਜਵਾਬ। ਮੈਂ ਗਰੇਵਾਲ ਸਾਹਿਬ ਔਰ ਵਲਟੋਹਾ ਜੀ ਦਾ ਵੀ ਰੁਕ ਕਰਨਾ। ਜੋ ਸਿਆਸੀ ਮੈਚੁਰਿਟੀ ਕਾਂਗਰਸ ਦਿਖਾਉਂਦੀ ਰਹੀ ਆ ਸਾਰਿਆਂ ਦੇ ਸਾਹਮਣੇ ਹੀ ਆ। ਬੱਚਿਆਂ ਬਾਰੇ ਸਵਾਲ ਕਰ ਰਹੇ ਨੇ ਖੜਿਆਲ ਸਾਹਿਬ, ਅੱਜ ਤੁਸੀਂ ਵੀ ਦਿਖਾਓ ਸੰਘੇੜਾ ਸਾਹਿਬ ਕਿ ਇੰਨੀ ਦੇਰੀ ਕਿਉਂ ਲੱਗ ਗਈ। ਖੜਿਆਲ ਸਾਹਿਬ ਕਹਿ ਰਹੇ ਸੀ ਚੋਰੀ ਹੋ ਜਵੇ ਪਰਚਾ ਇੱਕਦਮ ਹੋ ਜਾਂਦਾ। ਇਹ ਕੋਈ ਛੋਟੀ ਚੋਰੀ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸੀਗੀ।
ਵੱਡੀ ਗੱਲ ਸੀ। ਇੱਥੇ ਛੇ ਪਲਾਨਿੰਗ ਪੁਲਿਸ ਹੁੰਦੀ ਵਾਲਿਆਂ ਹੈ, ਨੇ ਪਲਾਨਿੰਗ ਸੱਟਾਂ ਕਰਕੇ ਵੱਜੀਆਂ, ਆਪਰੇਸ਼ਨ ਛੇ ਕੀਤਾ। ਪੁਲਿਸ ਵਾਲਿਆਂ ਨੇ। ਤੁਸੀਂ ਸੱਤਾ ਤੋਂ ਬਾਹਰ ਹੈ, ਜ਼ੁਬਾਨ ਬੰਦ ਰੱਖੋ, ਹੁਣ ਵਿੱਚ ਨਾ ਬੋਲੋ। ਤੁਹਾਨੂੰ ਜ਼ੁਬਾਨ ਤੁਸੀਂ ਪੁੱਛ ਵੀ ਕੇ ਬੰਦ ਨਹੀਂ ਰੱਖਦੇ ਆ, ਕਾਰਵਾਈ ਜਦੋਂ ਮੇਰਾ ਟਾਈਮ ਸੀਗਾ। ਤੁਸੀਂ ਜਿਹੜੀਆਂ ਲੋਕ ਸਭਾ ਦੇ ਵਿੱਚ ਕੀਤੀਆਂ, 0 MPs ਨੇ। ਇੱਕ ਇੱਕ ਕਰਕੇ ਸਰ, ਇੱਕ ਇੱਕ ਕਰਕੇ ਪਲੀਜ਼ ਰਿਕੁਐਸਟ ਹੈ। ਗੌਰਵ ਜੀ ਇਹਨਾਂ ਨੂੰ ਚੁੱਪ ਕਰਾਓ। ਮੈਂ ਉਹੀ ਕਹਿ ਰਿਹਾ ਕਿ ਸਮਾਂ ਖਰਾਬ ਹੁੰਦਾ ਇਸ ਤਰੀਕੇ ਨਾਲ। ਖੜਿਆਲ ਸਾਹਿਬ ਛੋਟਾ ਜਿਹਾ ਰਿਐਕਸ਼ਨ ਦੇ ਲੈਣ ਦਿਓ ਉਹਨਾਂ ਨੂੰ, ਉਸ ਤੋਂ ਬਾਅਦ ਤੁਹਾਡੇ ਕੋਲ ਆਉਣਾ। ਇਹ ਤਾਂ ਨੋਟ ਛਾਪਣ 'ਚ ਲੱਗੇ ਰਹੇ ਆ, ਹਾਂਜੀ। ਔਰ ਇਹਨਾਂ ਨੂੰ ਪੁੱਛ ਕੇ, ਖੜਿਆਲ ਸਾਹਿਬ ਨੂੰ ਪੁੱਛ ਕੇ ਥੋੜੀ ਕਾਰਵਾਈ ਕਰਨੀ ਆ। ਪੁਲਿਸ ਦੇ ਸੀਨੀਅਰ ਅਫੀਸ਼ੀਅਲਸ, IPS ਏਜੰਸੀਆਂ ਦੇ ਵਿਅਕਤੀ ਸਾਰਿਆਂ ਨੇ ਪਲਾਨਿੰਗ ਕਰਨੀ ਆ। ਗ੍ਰਹਿ ਮੰਤਰੀ ਨੇ ਦੇਖਣਾ, ਮੁੱਖ ਮੰਤਰੀ ਸਾਹਿਬ ਨੇ ਦੇਖਣਾ, ਪਲਾਨਿੰਗ ਕਰਕੇ ਕਾਰਵਾਈ ਕੀਤੀ ਹੈ। ਔਰ ਉਹਦੀ ਮੈਰਿਟ ਦੇਖੋ ਤੁਸੀਂ, ਸਾਰੇ ਪੰਜਾਬੀ ਖੁਸ਼ ਨੇ। ਕਿਸੇ ਦੇ ਕੋਈ ਸੋਟਾ ਨਹੀਂ ਮਾਰਿਆ, ਕਿਸੇ ਦੇ ਕੋਈ ਚਪੇੜ ਤੱਕ ਨਹੀਂ ਮਾਰੀ। ਇੰਨਾ ਸ਼ਾਂਤੀਪੂਰਵਕ ਸਫਲ ਆਪਰੇਸ਼ਨ ਚੱਲ ਰਿਹਾ ਆ, ਸਾਰਿਆਂ ਦੇ ਸਾਹਮਣੇ ਆ। ਅਸਲ 'ਚ ਬੁਖਲਾ ਗਈ ਹੈ ਕਾਂਗਰਸ, ਬੁਖਲਾ ਗਿਆ ਹੈ ਅਕਾਲੀ ਦਲ। ਇਹਨਾਂ ਨੂੰ ਇੰਨੀ ਗੰਦੀ ਸਿਆਸਤ ਕਰਦੇ ਆ ਇਹ। ਪੰਜਾਬ ਦੀ ਅਮਨ ਸ਼ਾਂਤੀ ਨਾਲ ਸੰਬੰਧਿਤ ਹੈ ਇਹ ਚੀਜ਼, ਇਹਦੇ ਤੇ ਵੀ ਸਿਆਸਤ। ਠੀਕ ਹੈ, ਚਲੋ ਆਪਾਂ ਜਵਾਬ ਲੈ ਲਈਏ, ਸਮਾਂ ਬਹੁਤ ਪੂਰਾ। ਮੈਂ ਇੱਕ ਛੋਟਾ ਜਿਹਾ ਰਿਐਕਸ਼ਨ ਤੁਹਾਡੇ ਤੋਂ ਐਂਡ ਦੇ ਵਿੱਚ ਲਵਾਂਗਾ। ਮੈਂ ਵਲਟੋਹਾ ਸਾਹਿਬ ਦਾ ਰੁਖ ਕਰਦਾ। ਵਲਟੋਹਾ ਸਾਹਿਬ, ਇੱਕ ਜ਼ਿਕਰ ਹੋ ਰਿਹਾ ਕਿ ਪੰਜਾਬ ਦੀ ਅਮਨ ਸ਼ਾਂਤੀ ਦੀ ਤੁਸੀਂ ਗੱਲ ਕਰਦੇ ਹੋ, ਤੇ ਜੇ ਐਕਸ਼ਨ ਹੁੰਦਾ ਉਸ ਦੇ ਉੱਪਰ ਕੁਐਸਚਨ ਮਾਰਕ ਖੜੇ ਕਰਦੇ ਹੋ। NSA ਜਿਹੜਾ ਲਗਾਇਆ ਗਿਆ ਜਾਂ ਲਗਾਇਆ ਜਾ ਰਿਹਾ, ਉਸ ਦੇ ਉੱਪਰ ਤੁਸੀਂ ਇਤਰਾਜ਼ ਖੜਾ ਕਰਦੇ ਹੋ ਕਿ ਕਾਰਵਾਈ ਤਾਂ ਫਿਰ ਹੋਏਗੀ ਜਿਸਨੇ ਕਾਨੂੰਨ ਤੋੜਿਆ। ਗੌਰਵ ਜੀ, ਮੈਂ ਤਾਂ ਪਹਿਲੋਂ ਵਾਰ-ਵਾਰ ਗੱਲ ਕਰ ਚੁੱਕਾ ਹਾਂ ਕਿ ਜੇ ਕਿਸੇ ਨੇ ਕੋਈ ਕਾਨੂੰਨ ਤੋੜਿਆ ਆ, ਕਾਨੂੰਨ ਦੀ ਉਲੰਘਣਾ ਕੀਤੀ ਹੈ, ਕੋਈ ਗੁਨਾਹ ਕੀਤਾ ਹੈ, ਤੇ ਉਹ ਇਹ 'ਚ ਕੋਈ ਡਰਾਵਾ ਨਹੀਂ ਹੈ, ਉਹ ਕਾਰਵਾਈ ਹੋਣੀ ਚਾਹੀਦੀ ਹੈ। ਪਰ ਜਿਸ ਤਰ੍ਹਾਂ ਦਾ ਵਰਤਾਓ ਕਰ ਰਹੇ ਜੇ, ਜਿਸ ਤਰ੍ਹਾਂ ਦਾ ਮਾਹੌਲ ਸਿਰਜ ਰਹੇ ਜੇ, ਜਿਸ ਤਰ੍ਹਾਂ ਦਾ ਤੁਸੀਂ ਵਾਤਾਵਰਨ ਬਣਾਤਾ ਆ, ਜਿਸ ਤਰ੍ਹਾਂ ਦੀ ਦਹਿਸ਼ਤ ਪੈਦਾ ਕਰਦੀ ਹੈ, ਕੀ ਅਮਰਤਪਾਲ ਸਿੰਘ ਨੇ ਬਿਆਨ ਦਿੱਤੇ ਥਾਣੇ ਤੇ, ਜੋ ਕੁਝ ਹੋਇਆ ਜੀ ਉਹ ਸਾਰਿਆਂ ਦੇ ਸਾਹਮਣੇ ਹੈ। ਇਹਨੂੰ ਤੁਸੀਂ ਦੇਸ਼ ਵਿਰੁੱਧ ਹਥਿਆਰਬੰਦ ਜੰਗ ਕਹਿੰਦੇ ਜੇ, ਵੇਜਿੰਗ ਵਾਰ ਕਹਿੰਦੇ ਜੇ। ਜਿਸ ਤਰ੍ਹਾਂ ਦਾ ਤੁਸੀਂ ਵਰਤਾਓ ਕਰ ਰਹੇ ਜੇ, NSA ਲਾ ਰਹੇ ਜੇ, ਚੱਕ ਕੇ ਡਿਬਰੂਗੜ੍ਹ ਸੁੱਟ ਰਹੇ ਜੇ, ਇਹਦੇ ਜਿਹੜੇ ਦੇਸ਼ ਵਿਰੁੱਧ ਜੰਗ ਲੜਦੇ ਨੇ ਹਥਿਆਰਬੰਦ ਜਾਂ ਵੇਜਿੰਗ ਵਾਰ ਕਰਦੇ ਨੇ, ਉਹਨਾਂ ਦੇ ਨਾਲ ਹੁੰਦਾ ਹੈ। ਨਹੀਂ ਬਲਟੋਹਾ ਸਾਹਿਬ, ਜੋ ਤੱਥ ਸਾਹਮਣੇ ਆ ਰਹੇ ਨੇ ਕਿ AKF ਬਣਾਈ ਜਾ ਰਹੀ ਸੀ, ਬੁਲੇਟ ਪ੍ਰੂਫ ਜੈਕਟਸ, ਹਥਿਆਰਾਂ ਦੇ ਉੱਤੇ AKF, ਇੱਕ ਆਰਮੀ ਬਣਾਉਣ ਦੀ ਪੂਰੀ ਕੋਸ਼ਿਸ਼, ਇਹ ਖੁਲਾਸੇ ਹੋ ਰਹੇ ਨੇ। ਤੁਹਾਨੂੰ ਲੱਗਦਾ ਨਹੀਂ ਕਿ ਬਹੁਤ ਵੱਡੀ ਗੱਲ ਹੈ ਤਾਂ ਪੰਜਾਬ ਦੇ ਖਿਲਾਫ, ਦੇਸ਼ ਦੇ ਖਿਲਾਫ ਜੰਗ ਵਰਗੀ ਸਥਿਤੀ ਸੀ? ਹੁਣ AKF ਦਾ ਕੋਈ ਕੱਢੀ ਜਾਵੇ ਮੀਨਿੰਗ, ਇਹਦਾ ਮਤਲਬ ਤੇ ਅਕਾਲ ਪੁਰਖੀ ਫੌਜ ਵੀ ਹੈਗਾ। ਅਕਾਲ ਪੁਰਖੀ ਫੌਜ, ਖਾਲਸਾ ਆਪਣੇ ਆਪ ਅਕਾਲ ਪੁਰਖੀ ਫੌਜ ਕਹਿੰਦਾ ਆ। ਦੂਸਰੀ ਗੱਲ ਜਿਹੜੀ ਇਹ ਕਹਿੰਦੇ ਕਿ ISI ਨਾਲ ਸੰਬੰਧ ਹੈ ਜੀ, ਉਹਨੂੰ ਵਿਦੇਸ਼ੀ ਫੰਡਿੰਗ ਹੁੰਦੀ, ਇਹ ਰਾਤੋਂ ਰਾਤ ਹੋ ਗਈ। ਜਦੋਂ ਲਾਰੈਂਸ ਬਿਸ਼ਨੋਈ ਨੇ ਇੰਟਰਵਿਊ ਦਿੱਤੀ ਦੂਸਰੀ, ਉਸ ਤੋਂ ਬਾਅਦ ਹੀ ਯਕਦਮ ਹੀ ਪ੍ਰਗਟ ਹੋ ਗਿਆ। ਏਜੰਸੀਆਂ, ਦੇਸ਼ ਦੀਆਂ ਏਜੰਸੀਆਂ, IB, RAW, CID, ਜਿੰਨੀਆਂ ਇੰਟੈਲੀਜੈਂਸ ਏਜੰਸੀਆਂ ਨੇ, ਅਮਰਤਪਾਲ ਸਿੰਘ ਦੇ ਉੱਥੇ ਜਾ ਕੇ ਗੁਰਦੁਆਰਾ ਸਾਹਿਬ ਰੋਜ਼ਾਨਾ ਹਾਜ਼ਰੀ ਭਰਦੀਆਂ ਕਿ ਨਹੀਂ ਭਰਦੀਆਂ? ਜਾ ਕੇ ਮੱਥਾ ਟੇਕਦੇ ਕਿ ਨਹੀਂ ਟੇਕਦੇ? ਇੰਟੈਲੀਜੈਂਸ ਵਾਲੇ ਜੇ ਮੱਥਾ ਟੇਕਦੇ ਸੀ, ਸਤਿਕਾਰ ਕਰਦੇ ਸੀ, ਸਲੂਟ ਮਾਰਦੇ ਸੀ, ਹਾਂਜੀ, ਤੇ ਫਿਰ ਕਿਉਂ ਨਹੀਂ ਉਹ ਰਿਪੋਰਟ ਕੀਤੀ? ਠੀਕ ਹੈ ਸਰ, ਯਕਦਮ ਹੀ ਜਦੋਂ ਇਹ ਗੱਲ ਆ ਗਈ, ਇੱਕ ਮਿੰਟ ਲਾਰੈਂਸ ਬਿਸ਼ਨੋਈ ਵਾਲੀ ਇੰਟਰਵਿਊ ਆ ਗਈ, ਉਸ ਤੋਂ ਬਾਅਦ ਤੁਸੀਂ ਗੱਲਾਂ ਕਰਦੇ ਜੇ। ਪਰ ਮੇਰੀ ਇੱਕ ਬੇਨਤੀ ਇੰਨੀ ਕਾ, ਦੇਖੋ ਜਿਸ ਪਾਸੇ ਨੂੰ ਸਰਕਾਰ ਤੁਰੀ ਹੋਈ ਆ, ਹਾਂਜੀ, ਇੱਕ ਮੈਂ ਇਹ ਵੀ ਦੱਸਦਾ, ਅਮਰਤਪਾਲ ਸਿੰਘ 100% ਫੜਿਆ ਹੋਇਆ, ਉਹਦਾ ਚਾਚਾ ਹਰਜੀਤ ਸਿੰਘ ਵੀ ਫੜਿਆ ਹੋਇਆ ਸੀਗਾ, ਜਿਹਦਾ ਅੱਜ ਡਰਾਮਾ ਕੀਤਾ ਆ। ਕਦੀ ਇਹ ਨਹੀਂ ਗਾ ਜਿਹਨੇ ਸਰੈਂਡਰ ਕਰਨਾ ਤਾਂ ਪਿਸਤੌਲ ਵੀ ਨਾਲ ਲੈ ਕੇ ਆਊਗਾ, ਤੇ ਲੱਖ ਰੁਪਏ ਵੀ ਨਾਲ ਲੈ ਕੇ ਆਊਗਾ, ਕਿਤੇ ਵੀ ਸੁੱਟ ਸਕਦਾ, ਕਿਤੇ ਵੀ ਸੁੱਟ ਸਕਦਾ ਆ, ਸੁੱਟ ਕੇ ਆ ਜਾਊਗਾ, ਹਾਂਜੀ। ਤੇ ਉਹਦੇ ਕੋਲ ਐਂ ਡਰਾਮਾ ਕੀਤਾ ਜਾ ਰਿਹਾ ਕਿ ਜਿਵੇਂ ਉਹਨੇ ਪਿਸਤੌਲ ਲਿਆਣ ਕੇ ਤੇ ਲੱਖ ਰੁਪਈਆ ਜੇਬ 'ਚ ਪਾ ਕੇ ਤੇ ਆਣ ਕੇ ਪੁਲਿਸ ਦੇ ਹਵਾਲੇ ਕਰਤਾ। ਇਹ ਤਾਂ ਜਿਹੜੇ ਸਾਡੇ ਵਰਗੇ ਬੰਦੇ ਆ, ਤਜਰਬੇਕਾਰ ਬੰਦੇ ਆ, ਜਿਹਨਾਂ ਨੂੰ ਪਤਾ ਵੀ ਕੀ ਹਿਸਾਬ ਦਾ ਵਿਕਦਾ ਹੁੰਦਾ, ਕੀ ਡਰਾਮੇ ਹੁੰਦੇ ਆ, ਅਸੀਂ ਤਾਂ ਸਾਰਾ ਕੁਝ ਪੰਜਾਬ ਦੇ ਲੋਕਾਂ ਨੂੰ ਦੱਸਾਂਗੇ ਕਿ ਭਾਈ ਅਮਰਤਪਾਲ ਸਿੰਘ ਕੱਲ ਪਰਸੋਂ ਦਾ ਫੜਿਆ ਜੇ, ਅੱਜ ਉਹਦੇ ਚਾਚੇ ਨੂੰ ਕੀਤਾ ਤੇ ਕੱਲ ਨੂੰ ਅਮਰਤਪਾਲ ਨੂੰ ਕਰਨਗੇ। ਠੀਕ ਹੈ, ਚਲੋ ਬਲਟੋਹਾ ਸਾਹਿਬ ਮੈਂ ਜਵਾਬ ਲੈ ਲੂੰਗਾ, ਮੇਰੇ ਕੋਲ ਸਮਾਂ ਖਤਮ ਹੋ ਚੱਲਿਆ, ਮੈਨੂੰ ਕਨਕਲੂਡ ਕਰਨਾ ਹੋਏਗਾ। ਹਰਜੀਤ ਗਰੇਵਾਲ ਜੀ, ਬਹੁਤ ਛੋਟੀ ਜਿਹੀ ਸਟੇਟਮੈਂਟ, ਤੁਹਾਡੇ ਵਿਰੋਧੀ ਜਿਹੜੇ ਹੈਗੇ ਨੇ ਸਵਾਲ ਵੀ ਚੁੱਕ ਰਹੇ ਨੇ, ਪਰ ਇਸ ਸਭ ਦੇ ਵਿਚਾਲੇ ਹੁਣ ਸਵਾਲ ਇਹੀ ਹੈ ਕਿ ਸੈਂਟਰ ਦੀ ਮਦਦ ਹੋਣ ਦੇ ਬਾਵਜੂਦ ਵੀ ਅਮਰਿਤਪਾਲ ਫਰਾਰ ਹੈ। ਪਲੀਜ਼ ਬਹੁਤ ਛੋਟਾ ਜਿਹਾ ਸਟੇਟਮੈਂਟ ਦਿਓ, ਮੇਰੇ ਕੋਲ ਸਮਾਂ ਬਹੁਤ ਪੂਰਾ। ਇਸ ਤਰ੍ਹਾਂ ਦੇਖੋ ਪਹਿਲੀ ਗੱਲ ਸਮਝ ਲਓ, ਅਸੀਂ ਜਿੱਥੇ ਵੀ ਪੰਜਾਬ ਦੀ ਏਕਤਾ ਅਖੰਡਤਾ ਦੀ ਗੱਲ ਆਊਗੀ, ਪੰਜਾਬ ਦੀ ਭਾਈਚਾਰਕ ਸਾਂਝ ਦੀ ਗੱਲ ਆਊਗੀ ਔਰ ਦੇਸ਼ ਦੀ ਏਕਤਾ ਅਖੰਡਤਾ ਦੀ ਗੱਲ ਆਊਗੀ, ਉੱਥੇ ਅਸੀਂ ਸਰਕਾਰ ਦੇ ਨਾਲ ਖੜੇ ਹਾਂ। ਐਵੇਂ ਨੁਕਤਾਚੀਨੀ ਕਰਦੇ ਰਹੋ। ਜੋ ਕਾਰਵਾਈ ਕਰ ਰਹੇ ਨੇ ਉਹ ਵੀ ਕੋਈ ਧਰਮ ਕਰਮ ਨਹੀਂ ਸੀ ਕਰ ਰਹੇ, ਉਹ ਦੇਸ਼ ਤੋੜਨ ਦੀ ਇੱਕ ਬਹੁਤ ਬੜੀ ਸਾਜ਼ਿਸ਼ ਰਚ ਰਹੇ ਸੀ। ਔਰ ਉਹੋ ਜਿਹੇ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਕੋਈ ਦਇਆ ਨਹੀਂ ਹੋਣੀ ਚਾਹੀਦੀ। ਦਇਆ ਹੁੰਦੀ ਆ ਆਮ ਲੋਕਾਂ ਨਾਲ, ਆਮ ਜਨਤਾ ਨਾਲ, ਉਹਨਾਂ ਨਾਲ ਵਿਵਹਾਰ ਅੱਛਾ ਹੁੰਦਾ। ਤੇ ਇਹ ਜਿਹੜੀਆਂ ਅੱਜ ਗੱਲਾਂ ਕਰ ਰਹੇ ਨੇ, ਇਹ ਪੋਲੀਟੀਕਲ ਪਾਰਟੀਆਂ ਜਿਹੜੀਆਂ ਐਸਾ ਕਰਨਗੀਆਂ, ਉਹ ਆਪਣੇ ਆਪ ਲੋਕਾਂ ਚੋਂ ਕੱਢ ਜਾਣੀਆਂ ਨੇ। ਪੂਰਾ ਪੰਜਾਬ ਦੇਖ ਰਿਹਾ ਪੰਜਾਬ 'ਚ ਕਿਸ ਤਰ੍ਹਾਂ ਦਾ ਆਤੰਕ ਦਾ ਮਾਹੌਲ ਆ।
ਉਹ ਪੂਰਾ ਪੰਜਾਬ ਦੇਖ ਰਿਹਾ ਜੀ। ਸੀ। ਇਸ ਕਰਕੇ ਮੇਰੀ ਪ੍ਰਾਰਥਨਾ ਠੀਕ ਇਹੀ ਹੈ। ਆ ਕਿ ਆਪਣੀ ਦੇਸ਼ ਭਗਤੀ ਦਾ ਜੀ। ਸਬੂਤ ਦਿਓ ਤੇ ਜਿਹੜੇ ਤਿਰੰਗੇ ਦਾ ਅਪਮਾਨ ਕਰਦੇ ਆ ਉਹਨਾਂ ਦੀ ਵੀ ਨਿੰਦਾ ਕਰ ਦਿਓ, ਉਹਨਾਂ ਦੀ ਵੀ ਨਿੰਦਾ ਕਰੋ। ਬਿਲਕੁਲ ਉਹੇ ਜਿਹੇ ਜਿਹੜੇ- ਬੰਦੇ ਉਹ ਸਿੱਖੀ ਦੀ ਦਿੱਖ ਉਹ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਉਹ ਨਹੀਂ ਕਰ ਰਿਹਾ ਕੋਈ ਵੀ। ठीक है खडियाल साहब बहुत छोटी स्टेटमेंट सर प्लीज मैं 10 सेकंड ही दे पाऊंगा। गौरव जी बिल्कुल गौरव जी एडी वड्डी फोर्स होने दे बावजूद फोर्सेस होने दे बावजूद सेंटर ते स्टेट दे एफर्ट्स कंबाइंड होने दे बावजूद जे अरेस्ट नहीं हो रही ਤਾਂ ਮੇਰਾ ਸੰਘੇੜਾ ਸਾਹਿਬ ਨੂੰ ਸਵਾਲ ਹੈ ਇਹਦੇ ਪਿੱਛੇ ਰਿਸਪੌਂਸਿਬਲ ਕੌਣ ਹੈ? ਇਹ ਡਿਲੇ ਨਹੀਂ ਰਿਸਪੌਂਸਿਬਲ, ਇਨਾ ਟਾਈਮ ਨਹੀਂ ਰਿਸਪੌਂਸਿਬਲ। ਆਮ ਆਦਮੀ ਪਾਰਟੀ ਤੇ ਬੀਜੇਪੀ ਨੇ ਜੋ ਵੇਟ ਕੀਤੀ ਕਿ ਉਹ ਨਹੀਂ ਰਿਸਪੌਂਸਿਬਿਲਿਟੀ ਫਿਕਸ ਹੋਣੀ ਚਾਹੀਦੀ। ਦੂਜਾ ਇਹ ਪਹਿਲੇ ਸਾਲ ਦੇ ਵਿੱਚ ਗੌਰਵ ਜੀ ਇੰਨਾ ਕੁਝ ਹੋ ਗਿਆ ਪੰਜਾਬ ਦੇ ਨਾਲ, ਇੰਨੇ ਦੇਅਰਫੋਰ ਇੰਨੇ ਇਨਸੀਡੈਂਟਸ ਜੇ ਇੱਕ ਸਾਲ ਦੇ ਵਿੱਚ ਹੋ ਗਏ। ਰੱਬ ਹੀ ਰਾਖੀ ਕਰੇ ਪੰਜਾਬ ਦੀ ਜੋ 4 ਸਾਲ ਆਮ ਆਦਮੀ ਪਾਰਟੀ ਦੇ ਹੋਰ ਪਏ ਹੈ, ਪਤਾ ਨਹੀਂ ਕਿਹੜੇ ਹਿਸਾਬ ਨਾਲ ਗੁਜ਼ਰਨਗੇ। ਉਮੀਦ ਹੈ ਆਮ ਆਦਮੀ ਪਾਰਟੀ ਸਬਕ ਲਊਗੀ, ਆਪਦੀ ਰਿਸਪੌਂਸਿਬਿਲਿਟੀ ਸਮਝੂਗੀ ਤੇ ਅੱਗੇ ਤੋਂ एहतियात वरतू, केयरफुल रहूगी, रिस्पॉन्सिबिलिटी ड्यूटी समझ के टाइमली एक्शन लऊगी। ठीक है संघेड़ा साहब ਪੂਰੇ ਦਾ ਪੂਰਾ ਟਾਈਮ ਖਿਆਲ ਸਾਹਿਬ ਦੋਸ਼ ਲਾਉਣ ਲਈ ਵਰਤਦੇ ਆ ਕਿਉਂਕਿ ਹੁਣ ਇਹਨਾਂ ਨੂੰ ਪਤਾ ਵੀ ਟਾਈਮ ਖਤਮ ਹੋਣ ਵਾਲਾ। ਮੈਂ ਤਾਂ ਇੰਨਾ ਹੀ ਕਹਿਣਾ ਚਾਹੂੰਗਾ ਕਿ ਬਿਲਕੁਲ ਕਾਨੂੰਨ ਦੇ ਅਨੁਸਾਰ ਕਾਰਵਾਈ ਹੋ ਰਹੀ ਆ। ਮੁੱਖ ਮੰਤਰੀ ਸਾਹਿਬ ਦੀ ਸ਼ਲਾਘਾ ਕਰਨੀ ਬਣਦੀ ਹੈ, ਪੰਜਾਬ ਪੁਲਿਸ ਦੀ ਬਲਟੋਹਾ ਸਾਹਿਬ ਕਹਿ ਗਏ ਸੰਘੇੜਾ ਜੀ, ਬਲਟੋਹਾ ਸਾਹਿਬ ਕਹਿ ਗਏ ਕਿ ਕਰਨੀ ਬਣਦੀ ਹੈ। ਅਰੈਸਟ ਆਲਰੇਡੀ ਹੋ ਚੁੱਕਿਆ ਹੈ, ਕਾਨੂੰਨ ਅਨੁਸਾਰ ਕਾਰਵਾਈ ਹੋ ਰਹੀ ਹੈ ਔਰ ਟਾਈਮਲੀ ਕਾਰਵਾਈ ਹੋ ਰਹੀ ਆ। ਕੋਈ ਭੇਦਭਾਵ ਨਹੀਂ ਕੀਤਾ ਜਾ ਰਿਹਾ, ਇੰਨੀ ਸ਼ਾਂਤੀਪੂਰਵਕ ਇੰਨੇ ਪਲਾਨਡ ਤਰੀਕੇ ਨਾਲ ਕਾਰਵਾਈ ਹੋ ਰਹੀ ਹੈ। ਪੰਜਾਬ ਦੀ ਅਮਨ ਸ਼ਾਂਤੀ ਤੇ ਕੋਈ ਕੰਪਰੋਮਾਈਜ਼ ਨਹੀਂ ਹੈ, ਚਾਹੇ ਕੋਈ ਕਾਂਗਰਸੀ ਹੋਵੇ, ਚਾਹੇ ਕੋਈ ਅਕਾਲੀ ਹੋਵੇ, ਚਾਹੇ ਕੋਈ ਅੰਮ੍ਰਿਤਪਾਲ ਹੋਵੇ, ਚਾਹੇ ਕੋਈ ਜਗਤਾਰ ਸਿੰਘ ਹੀਰਾ ਹੋਵੇ। ਜਿੱਥੇ ਪੰਜਾਬ ਦੀ ਅਮਨ ਸ਼ਾਂਤੀ ਦਾ ਮਸਲਾ ਆ ਉਹ ਪੰਜਾਬੀਆਂ ਦਾ ਆ, ਪੰਜਾਬ ਸਿੱਖਾਂ ਦਾ ਆ, ਪੰਜਾਬ ਹਿੰਦੂਆਂ ਦਾ ਆ, ਪੰਜਾਬ ਸਾਰੇ ਪੰਜਾਬੀ ਭਾਈਚਾਰੇ ਦਾ ਆ ਪੰਜਾਬ। ਇੱਥੇ ਏਜੰਸੀਆਂ ਦੇ ਬਹਾਨੇ ਜਾਂ ਬਾਹਰਲੀਆਂ ਸ਼ਕਤੀਆਂ ਦੇ ਬਹਾਨੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਨਹੀਂ ਭੰਗ ਹੋਣ ਦਿੱਤਾ ਜਾਵੇਗਾ। ਪੰਜਾਬ ਸਰਕਾਰ ਕੁਝ ਕਹਿਣਾ ਚਾਹ ਰਹੇ ਨੇ ਬਲਟੋਹਾ ਸਾਹਿਬ, ਬਹੁਤ ਘੱਟ ਟਾਈਮ। ਭਗਵੰਤ ਮਾਨ ਸਾਹਿਬ ਇਹ ਜ਼ਿੰਮੇਵਾਰੀ ਨਹੀਂ ਬਾਖੂਬੀ ਨਿਭਾ ਰਹੇ। ਠੀਕ ਹੈ ਬਲਟੋਹਾ ਸਾਹਿਬ ਬਹੁਤ ਥੋੜਾ ਟਾਈਮ ਹੈ ਸਰ ਪਲੀਜ਼। ਗੌਰਵ ਜੀ ਮੇਰੀ ਬੇਨਤੀ ਇੰਨੀ ਕਹਿ ਕੇ ਗਰੇਵਾਲ ਸਾਹਿਬ ਬਹੁਤ ਸੂਝਵਾਨ ਨੇ, ਮੇਰੇ ਮਿੱਤਰ ਵੀ ਨੇ, ਬਹੁਤ ਸਤਿਕਾਰਤ ਨੇ। ਮੈਨੂੰ ਇਹਨਾਂ ਦੱਸ ਦੇਣ ਜਿਹੜਾ ਬਗੇਸ਼ਵਰ ਧਾਮ ਹੈ, ਜਿਹੜਾ ਸਵਾਮੀ ਹੈ, ਉਹ ਰੋਜ਼ਾਨਾ ਹੀ ਹਿੰਦੂ ਰਾਸ਼ਟਰ ਦੀ ਗੱਲ ਕਰਦਾ ਹੈ। ਉੱਤੇ ਕਿਉਂ ਨਹੀਂ ਲਾਉਂਦੇ ਐਨਐਸਏ? ਉੱਤੇ ਕਿਉਂ ਨਹੀਂ ਕਾਨੂੰਨੀ ਕਾਰਵਾਈ ਕਰਦੇ? ਜਿਹੜਾ ਦੇਸ਼ ਨੂੰ, ਜਿਹੜਾ ਡੈਮੋਕ੍ਰੈਟਿਕ ਦੇਸ਼ ਹੈ ਜਿੱਥੇ ਹਰੇਕ ਧਰਮ ਦਾ, ਹਰੇਕ ਜਾਤੀ ਦਾ, ਮੈਂ ਬਲਟੋਹਾ ਸਾਹਿਬ ਜਵਾਬ ਲੈ ਲਵਾਂ ਤੁਹਾਡਾ ਪੁਆਇੰਟ ਆ ਗਿਆ। ਠੀਕ ਹੈ ਤੁਹਾਡਾ ਪੁਆਇੰਟ ਆ ਗਿਆ। ਗਰੇਵਾਲ ਸਾਹਿਬ ਰਿਐਕਸ਼ਨ ਦੇ ਦਿਓ। ਇਨਫੈਕਟ ਮੇਰੇ ਕੋ ਸਮਾਂ ਖਤਮ ਹੋ ਚੱਲਿਆ ਪਰ ਫਿਰ ਵੀ ਜ਼ਰੂਰੀ ਹੈ ਤੁਹਾਡਾ ਜਵਾਬ। ਗਰੇਵਾਲ ਸਾਹਿਬ ਪਹਿਲੀ ਗੱਲ ਬੀਜੇਪੀ ਦਾ ਬਗੇਸ਼ਵਰ ਧਾਮ ਨਾਲ ਕੋਈ ਸੰਬੰਧ ਨਹੀਂ ਹੈ। ਉਹ ਦੂਸਰੀ ਗੱਲ, ਉਹ ਇਸ ਤਰ੍ਹਾਂ ਦੀ ਧਮਕੀਆਂ ਦੇਣੀਆਂ, ਇਸ ਤਰ੍ਹਾਂ ਦੇ ਹਥਿਆਰਾਂ ਦਾ ਪ੍ਰਦਰਸ਼ਨ ਕਰਨਾ ਜਾਂ ਉਸ ਤਰ੍ਹਾਂ ਦੀ ਗੱਲ, ਜੇ ਬਲਟੋਹਾ ਸਾਹਿਬ ਇੰਨੇ ਬਾਇਸਡ ਹੋ ਗਏ ਨੇ ਤੇ ਇੰਨੀ ਗੱਲ ਕਰਨ ਲੱਗੇ ਨੇ, ਹਿੰਦੂ ਵੀ ਆਪਣੇ ਹੀ ਆ, ਸਿੱਖ ਵੀ ਆਪਣੇ ਹੀ ਆ, ਕ੍ਰਿਸਚੀਅਨ ਵੀ ਆਪਣੇ ਹੀ ਆ, ਕੀ ਕਾਰਵਾਈ ਬਣਦੀ ਆ ਉੱਤੇ? ਉਹ ਤਾਂ ਕੋਈ ਸ਼ਾਂਤੀ ਫੈਲਾਉਂਦਾ ਹੀ ਨਹੀਂ, ਉਹ ਤਾਂ ਆਪਣੀ ਗੱਲ ਹੀ ਕਹਿੰਦਾ, ਸ਼ਾਂਤੀ ਨਾਲ ਕਹਿੰਦਾ। ਇਹ ਤਾਂ ਗ੍ਰਹਿ ਮੰਤਰੀ ਨੂੰ ਧਮਕੀਆਂ ਦੇਣ ਲੱਗੇ, ਮੁੱਖ ਮੰਤਰੀ ਨੂੰ ਧਮਕੀਆਂ ਦੇਣ ਲੱਗੇ। ਕਮਾਲ ਹੋ ਗਈ ਹੈ। ਐਸਾ ਹੈ ਜਦੋਂ ਉਹ ਗੱਲ ਕਰਨਗੇ ਕਾਨੂੰਨ ਆਪਣਾ ਕੰਮ ਕਰੂਗਾ, ਉਹਨਾਂ ਦੇ ਖਿਲਾਫ ਵੀ ਕਰੂਗਾ। ਇਹਨੇ ਤੋਪਾਂ ਚਲਾਤੀਆਂ ਸੀ, ਆ ਜਿੱਦਾਂ ਦੇ ਇਹਨੇ ਤੋਪਾਂ ਚਲਾਤੀਆਂ ਸੀਗੀਆਂ, ਜਿੱਦਾਂ ਦੇ ਐਵੇਂ ਗੱਲ ਕਰੀ ਜਾਂਦੇ। ਅੱਛਾ ਇਹਨੇ ਕੁਝ ਵੀ ਨਹੀਂ ਕੀਤਾ, ਇਹ ਗ੍ਰਹਿ ਮੰਤਰੀ ਨੂੰ ਧਮਕੀਆਂ ਦੇ ਰਹੇ ਸੀ, ਇਹ ਮੁੱਖ ਮੰਤਰੀ ਨੂੰ ਧਮਕੀਆਂ ਦੇ ਰਹੇ ਸੀ। ਕਿਉਂ ਇੰਨਾ ਜ਼ਿਆਦਾ ਕਰਦੇ ਹੋ ਤੁਸੀਂ? ਪੰਜਾਬ 'ਚ ਹਿੰਦੂਆਂ ਦੀਆਂ ਵੋਟਾਂ ਵੀ ਲੈਣੀਆਂ ਨੇ ਬਲਟੋਹਾ ਸਾਹਿਬ, ਉਹ ਨਹੀਂ ਮਿਲਣੀਆਂ। ਫਿਰ ਨਾ ਕਰੋ ਇਦਾਂ, ਨਾ ਕਰੋ। ਮੈਂ ਕਦੋਂ ਕਹਿਣਾ ਨਹੀਂ ਕੀਤਾ, ਅਕਾਲੀ ਦਲ ਦਾ ਪੱਖਾ ਨਾ ਬਿਠਾਓ। ਧਾਮ ਵਾਲੇ ਨੇ ਮੇਰੇ ਤੋਂ ਘੱਟ ਨਹੀਂ ਕੀਤਾ, ਬਗੇਸ਼ਵਰ ਧਾਮ ਵਾਲੇ ਨੇ ਮੇਰੇ ਤੋਂ ਘੱਟ ਨਹੀਂ ਕੀਤਾ। ਭਾਈ ਜਿਹੜਾ ਕਰਦਾ ਤੁਸੀਂ ਨਹੀਂ ਕੰਪਲੇਂਟ ਦਿਓ, ਕਰੋ ਕਾਰਵਾਈ ਉੱਤੇ। ਅਰੇ ਬਲਟੋਹਾ ਸਾਹਿਬ ਤੁਸੀਂ ਕੰਪਲੇਂਟ ਦਿਓ, ਕਨਕਲੂਡ ਕਰਨਾ ਹੋਏਗਾ। ਕੰਪਲੇਂਟ ਦਿਓ, ਕੀ ਗਲਤ ਕਰ ਰਿਹਾ? ਚਲੋ ਠੀਕ ਹੈ, ਮੈਂ ਵਿਚਾਲੇ ਰੋਕ ਰਿਹਾ। ਬਹੁਤ ਬਹੁਤ ਧੰਨਵਾਦ, ਕਿਉਂਕਿ ਬਹੁਤ ਗੰਭੀਰ ਤੇ ਸੰਵੇਦਨਸ਼ੀਲ ਮੁੱਦਾ ਹੈ ਤੇ ਆਪਾਂ ਹੋਰ ਪਾਸੇ ਵੀ ਚਲੇ ਜਾਈਏ ਉਹ ਵੀ ਗੱਲ ਠੀਕ ਨਹੀਂ ਹੋਏਗੀ। ਬਲਟੋਹਾ ਸਾਹਿਬ ਬਹੁਤ ਬਹੁਤ ਧੰਨਵਾਦ। ਗਰੇਵਾਲ ਜੀ ਤੁਹਾਡਾ ਵੀ, ਖੜਿਆਲ ਸਾਹਿਬ ਤੁਹਾਡਾ ਵੀ ਧੰਨਵਾਦ। ਸੰਘੇੜਾ ਸਾਹਿਬ ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ। ਖੈਰ ਅੰਮ੍ਰਿਤਪਾਲ ਨੂੰ ਲੈ ਕੇ ਦਾਅਵੇ ਹੀ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਨੇ ਕਿ ਪੂਰੀ ਪਲੈਨਿੰਗ ਦੇ ਨਾਲ ਐਕਸ਼ਨ ਕੀਤਾ ਗਿਆ ਤੇ ਜਲਦ ਕਾਬੂ ਕਰ ਲਿਆ ਜਾਵੇਗਾ। ਬਟ ਸਵਾਲ ਇਹ ਹੈ ਕਿ ਕਦੋਂ ਅੰਮ੍ਰਿਤਪਾਲ ਆਏਗਾ, ਕਿ ਵਾਕਈ ਅੰਮ੍ਰਿਤਪਾਲ ਇਸ ਸਮੇਂ ਸ਼ਾਹਕੋਟ ਦੇ ਕਿਸੇ ਇਲਾਕੇ ਦੇ ਵਿੱਚ ਹੈ ਜਾਂ ਪੰਜਾਬ ਦੇ ਵਿੱਚ ਹੈ ਜਾਂ ਪੰਜਾਬ ਤੋਂ ਬਾਹਰ ਤਾਂ ਨਹੀਂ ਚਲਿਆ ਗਿਆ। ਸਵਾਲਾਂ ਦੀ ਭਰਮਾਰ ਹੈ। ਪਰ ਇਸ ਵਿਚਾਲੇ ਜਿਵੇਂ ਬਲਟੋਹਾ ਸਾਹਿਬ ਦਾਅਵਾ ਕਰ ਰਹੇ ਸੀ ਕਿ ਨਹੀਂ ਉਹ ਤਾਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਪਰ ਪੁਲਿਸ ਸਪਸ਼ਟ ਸ਼ਬਦਾਂ ਦੇ ਵਿੱਚ ਵਾਰ-ਵਾਰ ਕਹਿ ਰਹੀ ਹੈ ਕਿ ਅਜੇ ਤੱਕ ਸਾਡੀ ਕਸਟਡੀ ਦੇ ਵਿੱਚ
ਨਹੀਂ ਹੈ ਅੰਮ੍ਰਿਤਪਾਲ। ਹੁਣ ਕਦੋਂ ਹੋਏਗਾ ਇਹ ਦੇਖਣ ਲਾਇਕ ਗੱਲ ਰਹੇਗੀ। ਪ੍ਰਾਈਮ ਟਾਈਮ 'ਚ ਅੱਜ ਦੇ ਲਈ